ਮਾਰੂ ਮਹੱਲਾ ਪਹਿਲਾ। ਮਾਰੂ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ 8ਵੀਂ ਅਸ਼ਟਪਦੀ ਉਚਾਰਨ ਕਰ ਰਹੇ ਹਨ। ਮਾਤ ਪਿਤਾ ਸੰਜੋਗੇ ਪਾਏ। ਮਾਂ ਪਿਓ ਦੇ ਸੰਬੰਧ ਕਰਕੇ ਚਾਰ ਖਾਣੀਆਂ ਦੇ ਜੀਵ ਪੈਦਾ ਹੋਏ ਹਨ। ਰਕਤ ਬਿੰਦ ਮਿਲਾ ਪਿੰਡ ਕਰੇ। ਕਿਉਂਕਿ ਮਾਂ ਕੀ ਰਕਤ ਪਿਤਾ ਬਿੰਦ ਧਾਰਾ ਮੂਰਤ ਸੂਰਤ ਕਾਰਿਆ ਪਰ। ਮਾਤਾ ਦੀ ਰਕਤ ਤੇ ਪਿਤਾ ਦੇ ਵੀਰਜ ਦੇ ਮਿਲਾਪ ਦੁਆਰਾ ਪਰਮੇਸ਼ਰ ਨੇ ਜੀਵਨ ਦੇ ਪਿੰਡ ਸਰੀਰ ਬਣਾਉਣਾ ਕੀਤੇ ਹਨ। ਅੰਤਰ ਗਰਭ ਉਰਧ ਲਿਵ ਲਾਗੇ। ਜਿਸ ਵੇਲੇ ਜੀਵ ਦੀ ਮਾਤਾ ਦੇ ਗਰਭ ਪੇਟ ਦੇ ਅੰਤਰ ਵਿੱਚ ਉਰਧ ਉਲਟੇ ਲਮਕਦੇ ਦੀ ਪਰਮੇਸ਼ਰ ਨਾਲ ਜਾਂ ਉਰਧ ਉਤਕ੍ਰਿਸ਼ਟ ਪਰਮੇਸ਼ਰ ਦੇ ਵਿੱਚ ਲੈ ਬਿਰਤੀ ਲੱਗੀ ਰਹਿੰਦੀ ਸੀ। ਸੋ ਪ੍ਰਭ ਸਾਰੇ ਦਾਤ ਕਰੇ। ਉਸ ਵੇਲੇ ਜੀਵ ਵਾਹਿਗੁਰੂ ਨੂੰ ਹਰ ਵਕਤ ਸਾਰੇ ਸੰਭਾਲਦਾ ਰਹਿੰਦਾ ਹੈ ਕਿ ਇਹ ਪਰਮੇਸ਼ਰ ਮੈਨੂੰ ਮਾਤਾ ਦੇ ਗਰਭ ਦੇ ਵਿੱਚੋਂ ਬਾਹਰ ਕੱਢ, ਮੈਂ ਤੇਰਾ ਸਵਾਸ ਸਵਾਸ ਭਜਨ ਕਰਾਂਗਾ। ਇਉਂ ਪਰਮੇਸ਼ਰ ਅਰਦਾਸ ਸੁਣ ਕੇ ਜੀਵ ਨੂੰ ਜਨਮ ਦੇਣ ਦੀ ਦਾਤ ਦੇਣਾ ਕਰਦਾ ਹੈ। ਭਾਵ ਮਾਤਾ ਦੇ ਗਰਭ ਦੇ ਵਿੱਚੋਂ ਬਾਹਰ ਕੱਢ ਦਿੰਦਾ ਹੈ। ਜਾਂ ਉਹ ਪ੍ਰਮਾਤਮਾ ਜੀਵ ਦੀ ਸਾਰੇ ਸੰਭਾਲ ਕਰਕੇ ਉਸ ਜਗ੍ਹਾ ਵੀ ਦਾਤ ਦੇਣਾ ਕਰਦਾ ਹੈ। ਸੋ ਪ੍ਰਭ ਸਾਰੇ ਦਾਤ ਕਰੇ। ਉਹ ਪ੍ਰਮਾਤਮਾ ਸਾਰੇ ਜੀਵਾਂ ਨੂੰ ਦਾਤਾਂ ਦੇਣਾ ਕਰਦਾ ਹੈ। ਜਾਂ ਜੇ ਜੀਵ ਉਸ ਪਰਮਾਤਮਾ ਨੂੰ ਸੰਭਾਲਦਾ ਰਹੇ ਤਾਂ ਪਰਮੇਸ਼ਰ ਭਗਤੀ ਦੀ ਦਾਤ ਦੇਣਾ ਕਰਦਾ ਹੈ। ਜਾਂ ਪਰਮੇਸ਼ਰ ਭਗਤੀ ਦੀ ਦਾਤ ਦੇ ਕੇ ਮੁਕਤ ਕਰ ਦਿੰਦਾ ਹੈ। ਉਦੋਂ ਦਾ ਅਰਦਾਸਾਂ ਬਿਆ ਕਰਦਾ ਸੀ ਤਾਂ ਵਾਹਿਗੁਰੂ ਜੀ ਨੇ ਅਰਦਾਸ ਸੁਣ ਵੀ ਲਈ, ਪਰ ਇਹ ਆਪਣੇ ਕੌਲ ਇਕਰਾਰਾਂ ਤੋਂ ਮੁਨਕਰ ਹੋ ਗਿਆ। ਵਿੱਚੋਂ ਗਰਭ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿਤ ਲਾਇਆ। ਦੁਨੀ ਦਾ ਅਰਥ ਮਾਇਆ। ਵਾਹਿਗੁਰੂ ਅਕਾਲ ਪੁਰਖ ਨੂੰ ਤਾਂ ਭੁਲਾ ਦਿੱਤਾ, ਉਸ ਦੀ ਪੈਦਾ ਕੀਤੀ ਮਾਇਆ ਦੇ ਵਿੱਚ ਇਹਨੇ ਆਪ ਦਾ ਚਿਤ ਲਾ ਲਿਆ। ਉਹ ਪ੍ਰਮਾਤਮਾ ਕਿੰਨਾ ਬੇਅੰਤ ਹੈ ਜਿਸ ਨੇ ਇਸ ਦੀ ਸੰਸਾਰ ਵਿੱਚ ਆਉਣ ਲਈ ਬਹੁਤ ਸਹਾਇਤਾ ਕੀਤੀ। ਪ੍ਰਤਪਾਲ ਮਾਤਾ ਉਦਰ ਰੱਖੈ, ਲੱਗਣ ਦੇਤ ਨਾ ਸੇਕ, ਸੋਈ ਸੁਆਮੀ ਇਹਾਂ ਰੱਖੈ। ਬੂਝ ਬੁੱਧ ਵਿਵੇਕ, ਮੇਰੇ ਮਨ ਨਾਮ ਕੀ ਕਰ ਟੇਕ। ਪਰ ਇਸ ਨੂੰ ਭੁੱਲੀ ਬੈਠਾ ਹੈ। ਉਹ ਇਹਨੂੰ ਦਾਤਾਂ ਦੇਈ ਜਾ ਰਿਹਾ। ਪਹਿਲਾਂ ਵੀ ਸੰਭਾਲ ਕਰ ਰਿਹਾ ਸੀ, ਹੁਣ ਵੀ ਦਾਤਾਂ ਦੇਈ ਜਾ ਰਿਹਾ ਹੈ। ਸੰਸਾਰ ਭਵ ਜਲ ਕਿਉਂ ਤਰੈ। ਫਿਰ हे ਸਤਿਗੁਰੂ ਜੀ, ਪ੍ਰਸ਼ਨ ਹੈ ਕਿ ਜੀਵ ਸੰਸਾਰ ਸਮੁੰਦਰ ਤੋਂ ਕਿੰਜ ਤਰੇ। ਗੁਰਮੁਖ ਨਾਮ ਨਿਰੰਜਨ ਪਾਈਆ। ਤਾਂ ਗੁਰੂ ਸਾਹਿਬ ਵੀ ਆਪ ਹੀ ਉੱਤਰ ਬਖਸ਼ਦੇ ਨੇ ਕਿ ਗੁਰਮੁਖਾਂ ਦੀ ਸੰਗਤ ਕਰਕੇ ਜਾਂ ਮੁਖੀ ਗੁਰਾਂ ਦੀ ਸੰਗਤ ਕਰਕੇ ਸ਼ੁੱਧ ਸਰੂਪ ਪਰਮੇਸ਼ਰ ਦਾ ਨਾਮ ਪਾਈਦਾ ਹੈ। ਇਸੇ ਪ੍ਰਕਾਰ ਗੁਰਮੁਖ ਨਾਮ ਨਿਰੰਜਨ ਪਾਈਆ। ਮੁਖੀ ਗੁਰਾਂ ਦੀ ਸੰਗਤ ਦੁਆਰਾ ਨਾਮ ਜਪ ਕੇ ਸ਼ੁੱਧ ਸਰੂਪ ਪਰਮੇਸ਼ਰ ਨੂੰ ਪਾਉਣਾ ਕਰੀਦਾ ਹੈ। ਅਫਰਿਓ ਪਾਰ ਅਫਾਰ ਟਰੈ। ਜੋ ਨਾ ਅਫਰਿਓ ਨਾ ਪਕੜੇ ਜਾਣ ਵਾਲਾ ਔਗਣਾ ਪਾਪਾਂ ਦਾ ਭਾਰ ਬੋਝ ਸੀਗਾ, ਉਹ ਅਫਾਰ ਨਾ ਪਕੜੇ ਜਾਣ ਵਾਲਾ ਪਾਪਾ ਔਗਣਾ ਦਾ ਭਾਰ ਵੀ ਟਲ ਜਾਂਦਾ ਹੈ। ਜਾਂ ਅਫਾਰ ਜੋ ਅਫਰੀਮਾ ਹੋਇਆ ਹੰਕਾਰ ਰੂਪੀ ਭਾਰ ਦਾ, ਇਹ ਅਫਰੀਮਾ ਵੀ ਟਲ ਜਾਂਦਾ ਹੈ। ਜਾਂ ਪਾਪਾ ਔਗਣਾ ਦਾ ਅਫਰਿਓ ਅਸਹਿ
ਅਤੇ ਅਪਾਰ ਬਹੁਤਾ ਹੀ ਭਾਰ ਟਰੈ ਟਲ ਜਾਂਦਾ ਹੈ। ਜਾਂ ਜੋ ਹੰਕਾਰੀ ਕਾਲ ਹੈ ਅਤੇ ਜੋ ਪਾਪਾਂ ਦਾ ਅਪਾਰ ਬਹੁਤਾ ਭਾਰ ਹੈ, ਇਹ ਵੀ ਟਲ ਜਾਂਦਾ ਹੈ ਅਤੇ ਸੰਸਾਰ ਸਮੁੰਦਰ ਤੋਂ ਇਹ ਜੀਵ ਤਰ ਜਾਂਦਾ ਹੈ। ਰਹਾਉ ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਤੇ ਗੁਣ ਵਿਸਰ ਗਏ ਅਪਰਾਧੀ। ਇਹ ਪਰਮੇਸ਼ਰ, ਮੈਨੂੰ ਅਪਰਾਧੀ ਨੂੰ ਤੇਰੇ ਉਹ ਸਾਰੇ ਮਾਤਾ ਦੇ ਪੇਟ ਵਿੱਚ ਪਾਲਣ ਕਰਨੀ, ਰੋਜੀ ਸਵਾਸ ਆਦਿਕ ਦੇ ਗੁਣ ਉਪਕਾਰ ਭੁੱਲ ਗਏ ਹਨ। ਮੈਂ ਬੌਰਾ ਕਿਆ ਕਰੋ ਹਰੇ। ਹੇ ਹਰੀ, ਹੁਣ ਮੈਂ ਕਮਲ ਚੱਲਾ ਕੀ ਕਰਾਂ ਦੱਸੋ। ਮੈਂ ਮਮਤਾ ਕਰਕੇ ਜਾਂ ਹੰਕਾਰ ਰੂਪੀ ਮੈਂ ਸ਼ਰਾਬ ਨੂੰ ਪੀ ਕੇ ਚੱਲਾ ਹੋ ਰਿਹਾ। ਹੁਣ ਮੈਂ ਦੱਸੋ ਕਰਾਂ ਦੇ ਕੀ ਕਰਾਂ। ਤੂੰ ਦਾਤਾ ਦਿਆਲ ਸਭੈ ਸਿਰਾ। ਇਹ ਪਰਮੇਸ਼ਰ, ਤੂੰ ਸਾਰੇ ਯੁੱਗਾਂ ਵਿੱਚ ਦਾਤਾ ਹੈ ਅਤੇ ਸਾਰਿਆਂ ਦਾ ਦਿਆਲੂ ਅਤੇ ਸਿਰ ਸ਼੍ਰੋਮਣੀ ਹੈ। ਅਹਨਿਸ ਦਾਤ ਸਮਾਰ ਕਰੇ। ਅਤੇ ਰਾਤ ਦਿਨੇ ਸਾਰਿਆਂ ਨੂੰ ਦਾਤਾਂ ਦੇ ਕੇ ਸੰਭਾਲਣਾ ਕਰਦਾ ਹੈ। ਚਾਰ ਪਦਾਰਥ ਲੈ ਜਗ ਜਨਮਿਆ। ਇਹ ਜੀਵ ਪਰਮੇਸ਼ਰ ਦੇ ਕੋਲੋਂ ਧਰਮ ਅਰਥ ਕਾਮ ਮੋਖ ਚਾਰ ਪਦਾਰਥ ਲੈਣ ਵਾਸਤੇ ਸੰਸਾਰ ਦੇ ਵਿੱਚ ਜੰਮਿਆ ਸੀ, ਜਾਂ ਸੰਸਾਰ ਵਿੱਚ ਜਨਮ ਧਾਰ ਕੇ ਆਇਆ ਸੀ। ਸੇਵਾ ਸਗਤੀ ਘਰ ਵਾਸ ਧਰੇ। ਪਰ ਇਸ ਨੇ ਸਤੋ ਗੁਣ ਅਤੇ ਸ਼ਕਤੀ ਤਮੋ ਗੁਣ ਅਤੇ ਰਜੋ ਗੁਣ ਰੂਪੀ ਘਰ ਦੇ ਵਿੱਚ ਹੀ ਵਾਸਾ ਧਾਰਨ ਕਰ ਲਿਆ ਹੈ। ਇਸੇ ਪ੍ਰਕਾਰ ਸੇਵ ਸਗਤੀ ਘਰ ਵਾਸ ਧਰੇ। ਸਿਵ ਈਸ਼ਰ ਤੇ ਸ਼ਕਤੀ ਮਾਇਆ ਦੇ ਸਿਵ ਕਲਿਆਣ ਸਰੂਪ ਪ੍ਰਭੂ ਦੇ ਸ਼ਕਤੀ ਮਾਇਆ ਸਬਲ ਦੁਆਰਾ ਬਣਾਏ ਸੰਸਾਰ ਰੂਪੀ ਘਰ ਦੇ ਵਿੱਚ ਹੀ ਵਾਸਾ ਕਰ ਲਿਆ। ਪੱਕੇ ਹੀ ਜਗਾੜ ਲਗੜਾ ਕੇ ਬੈਠ ਗਿਆ ਕਿ ਹਮੇਸ਼ਾ ਇੱਥੇ ਹੀ ਰਹਿਣਾ ਹੈ। ਜਾਂ ਸਿਵ ਸ਼ਿਵ ਜੀ ਅਤੇ ਸ਼ਕਤੀ ਪਾਰਵਤੀ ਦੀ ਪੂਜਾ ਕਰਨ ਵਿੱਚ ਹੀ ਵਾਸਾ ਕਰੀ ਬੈਠਾ ਹੈ। ਲਾਗੀ ਭੂਖਾ ਮਾਇਆ ਮਗ ਜੋ ਹੈ। ਇਸ ਨੂੰ ਤ੍ਰਿਸ਼ਨਾ ਰੂਪੀ ਭੁੱਖ ਲੱਗੀ ਹੋਈ ਹੈ। ਇਸੇ ਕਰਕੇ ਸਦਾ ਮਾਇਆ ਦੀ ਪ੍ਰਾਪਤੀ ਦਾ ਰਸਤਾ ਹੀ ਵੇਖਦਾ ਰਹਿੰਦਾ ਹੈ ਕਿ ਕਿਧਰੋਂ ਮਾਇਆ ਆ ਰਹੀ ਹੈ। ਮੁਕਤ ਪਦਾਰਥ ਮੋਹਿ ਖਰੇ। ਅਤੇ ਮਾਇਆ ਦੇ ਮੋਹ ਨੇ ਇਸ ਦੇ ਮੁਕਤ ਰੂਪ ਪਦਾਰਥ ਨੂੰ ਖਰ ਲਿਆ ਹੈ, ਭਾਵ ਨਾਸ਼ ਕਰ ਲਿਆ ਹੈ, ਨਾਸ਼ ਹੀ ਕਰ ਦਿੱਤਾ। ਜਾਂ ਮੋਹ ਆਦਿਕ ਵਿਕਾਰਾਂ ਨੂੰ ਮੁਕਤੀ ਰੂਪ ਪਦਾਰਥ ਲੁਟਾ ਖੜੋਤਾ ਹੈ। ਜਾਂ ਚੰਗਾ ਮੁਕਤੀ ਰੂਪ ਪਦਾਰਥ ਲੁਟਾ ਖੜੋਤਾ ਹੈ। ਕਾਰਨ ਪਲਾਵ ਕਰੇ ਨਹੀਂ ਪਾਵੈ। ਮਾਇਆ ਦੀ ਪ੍ਰਾਪਤੀ ਵਾਸਤੇ ਕਰਨ ਕੀਰਨੇ ਅਤੇ ਪਲਾਵ ਪਰ ਯਤਨ ਕਰੇ ਕਰਦਾ ਹੈ, ਪਰ ਨਹੀਂ ਪਾਵੇ। ਮਾਇਆ ਪ੍ਰਾਪਤ ਨਹੀਂ ਕਰ ਸਕਦਾ। ਕਾਰਨ ਕੀ ਹੈ? ਇੱਕੋ ਮਾਂ ਦੇ ਚਾਰ ਪੁੱਤ ਨੇ। ਕੋਈ ਤਾਂ ਚੜ੍ਹਦੀ ਕਲਾ 'ਚ ਹੈ, ਕੋਈ ਭੁੱਖਾ ਮਰਿਆ। ਆਪ ਆਪਣੇ ਕਰਮ ਨਹੀਂ ਜੀਵਦੇ। ਮਾਂ ਪਿਓ ਦਾ ਕਸੂਰ ਤਾਂ ਨਹੀਂ, ਉਹਨਾਂ ਜਨਮ ਦੇ ਦਿੱਤਾ ਤੇ ਪਰ ਕੰਮ ਗੁੰਮ ਦਾ ਵੀ ਕਰਨਾ ਪਊਗਾ। ਇਸ ਵਾਸਤੇ ਜਿਹੜਾ ਕੰਮ ਨਹੀਂ ਕਰਦਾ ਤੇ ਸੋਚਦਾ ਰਹਿੰਦਾ ਹੈ, ਉਹਨੂੰ ਮਾਇਆ ਕਿੱਥੋਂ ਪ੍ਰਾਪਤ ਹੋਣੀ ਹੈ। ਜਾਂ ਮਿਹਨਤ ਕਰਕੇ ਪ੍ਰਭੂ ਦਾ ਆਸਰਾ ਨਹੀਂ ਲੈਂਦਾ ਤਾਂ ਵੀ ਕਿੱਥੋਂ ਪ੍ਰਾਪਤ ਹੋਣੀ ਹੈ। ਕਿਉਂਕਿ ਮਹਾਰਾਜ ਜਿੰਨਾ ਚਿਰ ਮਦਦ ਨਾ ਕਰੇ, ਮਿਹਨਤ ਤਾਂ ਦੁਨੀਆ ਬਹੁਤ ਜ਼ਿਆਦਾ ਕਰਦੀ ਪਈ ਹੈ। ਜਿਹੜੀ ਬਰਕਤ ਹੈ ਉਹ ਪਰਮਾਤਮਾ ਦੀ ਹੈ। ਜਾਂ ਪੁੰਨਾਂ ਤੋਂ ਬਗੈਰ ਯਤਨ ਕਰਨ ਦੇ ਨਾਲ ਵੀ ਜੋ ਮਰਜ਼ੀ ਕਰ ਲਏ, ਸਭਨੀ ਸ਼ਾਲਾ ਮਾਰੀਆਂ ਕਰਤਾ ਕਰੇ ਸੋ ਹੋਏ, ਤਾਂ ਵੀ ਮਾਇਆ ਦੀ ਪ੍ਰਾਪਤੀ ਕਿੱਥੇ ਹੋਏਗੀ।
ਇਹ ਰੋਂਦਾ ਧੁੰਦਾ ਹੀ ਜ਼ਿੰਦਗੀ ਗੁਜ਼ਾਰ ਰਿਹਾ ਹੈ। ਇਸੇ ਪ੍ਰਕਾਰ ਕਰਨ ਬਲਾਵ ਕਰੀ ਨਹੀਂ ਪਾਵੈ। ਜੀਵ ਕਈ ਤਰ੍ਹਾਂ ਦੇ ਕੀਰਨੇ ਪਾਉਂਦਾ, ਰੋੜੇ ਪਿੱਟਣੇ ਅਤੇ ਯਤਨ ਕਰਦਾ ਹੈ, ਪਰ ਮੁਕਤੀ ਨਹੀਂ ਪਾ ਸਕਦਾ। ਏਤਾ ਉਤਾ ਢੂੰਡਤ ਥਾਕ ਪਰੇ। ਆਖਰ ਇਹ ਤੇ ਸਲੋਕ ਦੀਆਂ ਜੂਨਾਂ ਤੇ ਉਤ ਪਰਲੋਕ ਅਤੇ ਸਵਰਗ ਆਦਿਕ ਦੀਆਂ ਜੂਨਾਂ 'ਚ ਪੈ ਕੇ ਢੂੰਡਤ ਖੋਜਦਾ ਹੋਇਆ ਥੱਕ ਪਿਆ ਹੈ, ਥੱਕ ਜਾਂਦਾ ਹੈ। ਕਾਮ ਕ੍ਰੋਧ ਅਹੰਕਾਰ ਵਿਆਪੇ। ਕਾਮ ਕ੍ਰੋਧ ਅਤੇ ਅਹੰਕਾਰ ਆਦਿਕ ਵਿਕਾਰਾਂ ਦੇ ਵਿੱਚ ਲੱਗਿਆ ਹੋਇਆ ਹੈ। ਕੂੜ ਕੁਟੰਬ ਸਿਉ ਪ੍ਰੀਤ ਕਰੇ। ਝੂਠੇ ਇਸਤਰੀ ਤੋਂ ਵਧੇ ਪਰਿਵਾਰ ਦੇ ਨਾਲ ਮਨ ਦੀ ਪ੍ਰੀਤੀ ਲਾਉਣਾ ਕਰਦਾ ਹੈ। ਖਾਵੈ ਭੋਗੈ ਸੁਣ ਸੁਣ ਦੇਖੈ। ਪਦਾਰਥਾਂ ਨੂੰ ਖਾਂਦਾ ਹੈ, ਭੋਗਾਂ ਨੂੰ ਭੋਗਦਾ ਹੈ, ਕਿਸੇ ਦੀ ਨਿੰਦਿਆ ਸੁਣਦਾ ਹੈ, ਕਿਸੇ ਦੀ ਉਸਤਤੀ ਸੁਣਦਾ ਹੈ, ਜਾਂ ਸੁਣ ਕੰਨਾਂ ਦੁਆਰਾ ਉਸਤਤ ਨਿੰਦਿਆ ਜਾਂ ਗੰਦੇ ਗੀਤਾਂ ਨੂੰ ਸੁਣਦਾ ਹੈ, ਅਤੇ ਨੇਤਰਾਂ ਦੇ ਨਾਲ ਪਰਾਈ ਰੂਪਾਂ ਵੱਲ ਵੇਖਦਾ ਹੈ, ਜਾਂ ਸ਼ਾਸਤਰਾਂ ਦੁਆਰਾ ਸੁਣਦਾ ਵੀ ਹੈ ਕਿ ਵੱਡੇ ਵੱਡੇ ਰਾਜੇ ਮਹਾਰਾਜੇ ਦੁਨੀਆ ਤੋਂ ਕੂਚ ਕਰ ਗਏ, ਅਤੇ ਆਪਣੀਆਂ ਅੱਖਾਂ ਨਾਲ ਵੇਖਦਾ ਵੀ ਹੈ। ਵਸਤਰਾਂ ਨੂੰ ਪਹਿਨ ਕੇ ਭਾਵ ਮਹਾਰਾਜ ਕਤਨ ਕਰਦੇ ਨੇ। ਪਹਿਰ ਦਿਖਾਵੈ ਕਾਲ ਕਰੇ। ਕਈ ਤਰ੍ਹਾਂ ਤਰ੍ਹਾਂ ਦੇ ਭੇਖ ਬਣਾ ਕੇ ਲੋਕਾਂ ਨੂੰ ਦਿਖਾਉਂਦਾ ਹੈ, ਪਰ ਅੰਤ ਨੂੰ ਮੌਤ ਦੇ ਘਰ ਸੰਸਾਰ ਵਿੱਚ ਹੀ ਨਾਸ਼ ਹੋ ਜਾਂਦਾ ਹੈ। ਐਸੇ ਕਰਕੇ ਕਾਲ ਦੇ ਘਰ ਵਿੱਚ ਹੈ, ਭਾਵ ਕਾਲ ਦੇ ਅਧੀਨ ਹੈ। ਬਿਨ ਗੁਰ ਸ਼ਬਦ ਨਾ ਆਪ ਪਛਾਣੈ। ਸਤਿਗੁਰਾਂ ਦੇ ਉਪਦੇਸ਼ ਤੋਂ ਬਿਨਾਂ ਜੀਵ ਆਪਣਾ ਆਪ ਜਾਂ ਆਪਣੇ ਸੱਚੇ ਆਨੰਦ ਸਰੂਪ ਨੂੰ ਪਹਿਚਾਨ ਨਹੀਂ ਸਕਦਾ ਹੈ। ਬਿਨ ਹਰ ਨਾਮ ਨਾ ਕਾਲ ਟਰੇ। ਅਤੇ ਹਰੀ ਪਰਮੇਸ਼ਰ ਦਾ ਨਾਮ ਜਪੇ ਤੋਂ ਬਿਨਾਂ ਜੀਵ ਦੇ ਸਿਰ ਉੱਪਰੋਂ ਕਾਲ ਨਹੀਂ ਟਲਦਾ ਹੈ। ਜੇਤਾ ਮੋਹ ਹਉਮੈ ਕਰ ਭੁੱਲੇ। ਜਿਤਨਾ ਪਦਾਰਥਾਂ ਦੇ ਮੋਹ ਅਤੇ ਦੇਹ ਦੀ ਹੰਗਤਾ ਕਰਕੇ ਜੀਵ ਭੁੱਲੇ ਹੋਏ ਹਨ। ਮੇਰੀ ਮੇਰੀ ਕਰਤੇ ਛੀਨ ਖਰੇ। ਕਿਉਂ ਮੇਰੀ ਮੇਰੀ ਕਰਦਿਆਂ ਨੂੰ ਮੇਰੀ ਮੇਰੀ ਕਰਤੇ ਜਨਮ ਗਇਓ। जब लग मेरी मेरी करे तब लग काज एक नहीं सरे। ਇਹ ਜਮ ਖੋ ਕੇ ਸੰਬੰਧੀਆਂ ਤੋਂ ਖੜੇ ਪਾਵ ਲੈ ਜਾਂਦੇ ਨੇ। ਮੇਰੀ ਜਰ, ਮੇਰੀ ਜੋਰੋ, ਮੇਰੀ ਜ਼ਮੀਨ ਇਤਿਆਦਿ ਕਰਦਿਆਂ ਨੂੰ ਵਿੱਚੋਂ ਰੌਲਾ ਪਾਉਂਦਿਆਂ ਨੂੰ ਹੀ ਜਮ ਲੈ ਜਾਂਦੇ ਨੇ। ਤਨ ਤਨ ਬਿਨ ਸਹਿਸਾ ਸਹਿਸਾ। ਜਦੋਂ ਤਨ ਸਰੀਰ ਬਿਨ ਸਹਿ ਨਾਸ਼ ਹੁੰਦਾ ਹੈ ਤਦ ਵੀ ਸਹਿ ਸਹਿ ਸੰਸਾ ਕਰਦਾ ਹੈ, ਅਤੇ ਜਦ ਧਨ ਨਾਸ਼ ਹੁੰਦਾ ਹੈ ਤਦ ਵੀ ਸਹਿਸਾ ਸੰਸਾ ਕਰਦਾ ਹੈ। ਫਿਰ ਪਛਤਾਵਾ ਮੁਖ ਧੂਰ ਪਰੇ। ਫਿਰ ਪਛਤਾਉਂਦਾ ਹੈ ਜਦ ਪਰਲੋਕ ਦੇ ਵਿੱਚ ਮੁਖ ਉੱਤੇ ਲਾਹਣਤ ਰੂਪੀ ਧੂੜੀ ਪੈਂਦੀ ਹੈ। ਬਿਰਧ ਭਇਆ ਜੋ ਬਨ ਤਨ ਖਿਸਿਆ। ਜਦੋਂ ਬੁੱਢਾ ਹੋ ਗਿਆ ਤਾਂ ਜਵਾਨੀ ਜਿਹੜੀ ਸਰੀਰ ਤੋਂ ਖਿਸਕ ਗਈ, ਦੂਰ ਹੋ ਗਈ ਹੈ। ਸੁੱਕੀ ਮੂਲੀ ਦੀ ਤਰ੍ਹਾਂ ਚਿਹਰੇ ਤੇ ਝੁਰੜੀਆਂ ਪੈ ਗਈਆਂ। ਫਿਰ ਵੀ ਜਿਹੜੇ ਸਿਰ ਦੇ ਕੇਸ ਨੇ ਉਹ ਕਾਲੇ ਕਰਨ ਤੋਂ ਹਟਦਾ ਨਹੀਂ ਹੈ। ਕਾਫ ਕੰਠ ਬਿਰੁੱਧ ਨੈਨਹੁ ਨੀਰ ਟਰੇ। ਅਤੇ ਬਲਗਮ ਦੇ ਨਾਲ ਗਲਾ ਵਿਰੁੱਧ ਵਿਸ਼ੇਸ਼ ਕਰਕੇ ਰੁਕਿਆ ਰਹਿੰਦਾ ਹੈ, ਅਤੇ ਨੈਨਹੁ ਅੱਖਾਂ ਦੇ ਵਿੱਚੋਂ ਪਾਣੀ ਡਲਦਾ, ਪਾਣੀ ਵਗਦਾ ਰਹਿੰਦਾ ਹੈ।
ਨੈਨੋ ਨੀਰ ਬਹੈ ਤਨ ਖੀਨਾ, ਪਏ ਕੇਸ ਦੁੱਧ ਮਾਨੀ, ਰੂਧਾ ਕੰਠ ਸ਼ਬਦ ਨਹੀਂ ਉਚਰੈ। ਇੱਥੇ ਸ਼ਬਦ ਨਾਮ ਹੈ ਆਵਾਜ਼ ਦਾ, ਕੋਈ ਗੱਲ ਦਾ, ਕੋਈ ਗੱਲਬਾਤ ਕਹਿ ਨਹੀਂ ਸਕਦਾ। ਰੂਧਾ ਕੰਠ ਸ਼ਬਦ ਨਹੀਂ ਉਚਰੈ, ਜਾਂ ਗੁਰਬਾਣੀ ਦੇ ਸ਼ਬਦਾਂ ਨੂੰ ਉਚਾਰ ਨਹੀਂ ਸਕਦਾ, ਪੜ੍ਹ ਨਹੀਂ ਸਕਦਾ। ਅਬ ਕਿਆ ਕਰੇ ਪੁਰਾਨੀ, ਹੁਣ ਦੱਸੋ ਬੰਦਾ ਕਰੇ ਤਾਂ ਕਰੇ ਕੀ। ਜਦੋਂ ਸਮਾਂ ਸੀਗਾ ਉਦੋਂ ਤਾਂ ਗੁਰਦੁਆਰੇ ਆਇਆ ਨਹੀਂ, ਤੇ ਹੁਣ ਇਹ ਕੀ ਕਰ ਸਕਦਾ ਹੈ। ਰਾਮ ਰਾਏ ਹੋਏ ਬੈਦ ਬਨਵਾਰੀ, ਆਪਣੇ ਸੰਤ ਹੈ ਲੇਹੋ ਉਬਾਰੀ। ਚਰਨ ਰਹੇ ਕਰ ਕੰਪਣ ਲਾਗੇ, ਪੈਰ ਤੁਰਨ ਵੱਲੋਂ ਰਹਿ ਜਾਂਦੇ ਨੇ, ਹੱਥ ਕੰਬਣ ਲੱਗ ਜਾਂਦੇ ਨੇ। ਸਾਕਤ ਰਾਮ ਨਰਿਦੈ ਹਰੇ, ਫਿਰ ਵੀ ਜਿਹੜਾ ਸਾਖਤ ਕਠੋਰ ਚਿੱਤ ਵਾਲਾ ਪੁਰਖ ਹੈ ਉਹ ਗਾਲਾਂ ਹੀ ਕੱਢੂਗਾ ਵੀ ਤੁਸੀਂ ਮਰ ਜਾਓ, ਮੈਂ ਇਕੱਲਾ ਹੀ ਹੁੰਦਾ ਸੀ, ਸਭ ਪਹਿਲੀਆਂ ਸਾਂਭਦਾ ਸੀ, ਤੁਸੀਂ 5-7 ਭਰਾ ਹੋ, ਮੇਰੇ ਪੁੱਤ ਹੋ, ਫਿਰ ਵੀ ਤੁਹਾਡੇ ਕੋਲ ਡੰਗਰ ਵੱਛਾ, ਪੈਲੀ ਬੰਨਾ ਸਾਂਭਿਆ ਨਹੀਂ ਜਾਂਦਾ। ਇਹ ਉਹ ਚਿੜਦਾ ਹੈ, ਗੁੱਸਾ ਕਰਦਾ, ਗਾਲੀ ਗਲੋਚ ਕਰਦਾ। ਇਹ ਨਹੀਂ ਵੀ ਪਾਸੇ ਹੋ ਕੇ ਨੁੱਕਰ 'ਚ ਬਹਿ ਕੇ ਰੱਬ ਰੱਬ ਕਰੇ, ਵਾਹਿਗੁਰੂ ਵਾਹਿਗੁਰੂ ਜੋ ਇਹਦੇ ਕੰਮ ਆਏਗਾ। ਖਸਮਾਂ ਨੂੰ ਖਾਏ, ਜੋ ਮਰਜ਼ੀ ਕਰਨ ਨਾ ਕਰਨਾ, ਵੀ ਭੁੱਖੇ ਮਰਨਗੇ ਨਹੀਂ ਕਰਨਗੇ, ਤੈਨੂੰ ਕੀ, ਤੇਰੀ ਜ਼ਿੰਦਗੀ ਹੁਣ ਲੰਘ ਗਈ, ਤੂੰ ਰੱਬ ਦਾ ਨਾਮ ਜਾ। ਪਰ ਮੋਹ 'ਚ ਫਸਿਆ ਹੋਇਆ, ਪੈਲੀ ਵੀ ਆਪਦੀ ਸਮਝਦਾ, ਘਰ-ਬਾਰ ਵੀ ਆਪਦਾ ਸਮਝਦਾ। ਇਉਂ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਕਠੋਰ ਚਿੱਤ ਵਾਲਾ ਪੁਰਖ ਹਿਰਦੇ ਵਿੱਚ ਰਮੇ ਹੋਏ ਹਰੀ ਪਰਮੇਸ਼ਰ ਦਾ ਸਿਮਰਨ ਨਹੀਂ ਕਰਦਾ ਹੈ। ਸੁਰਤ ਗਈ ਕਾਲੀ ਹੂੰ ਤੌਲੇ, ਸੁਰਤ ਗਿਆ, ਹੋਸ਼ ਵੀ ਚਲੀ ਗਈ। ਭਾਵ ਜਿੱਥੇ ਚੀਜ਼ ਰੱਖਦਾ ਚੇਤਾ ਨਹੀਂ ਰਹਿੰਦਾ, ਚੇਤਾ ਭੁੱਲ ਜਾਂਦਾ ਕਿੱਥੇ ਰੱਖੀ ਹੈ। ਕਾਲੇ ਕੇਸਾਂ ਤੋਂ ਤੌਲੇ ਚਿੱਟੇ ਕੇਸ ਹੋ ਜਾਂਦੇ ਹਨ। ਕਿਸੈ ਨ ਭਾਵੈ ਰੱਖਿਓ ਕਰੇ, ਤੇ ਕਹਿੰਦੇ ਨੇ ਕਿ ਬਾਬਾ ਜੀ ਕੋਈ ਜੋ ਸੀਨੀਅਰ ਸਿਟੀਜ਼ਨ ਹੋਮ ਹੋਵੇ, ਯਾਨੀ ਜਿੱਥੇ ਬਜ਼ੁਰਗਾਂ ਦੀ ਸੇਵਾ ਸੰਭਾਲ ਹੁੰਦੀ ਹੋਵੇ, ਉਹ ਕੋਈ ਸਾਨੂੰ ਸੈਂਟਰ ਦੱਸੋ, ਕਿਉਂਕਿ ਅਸੀਂ ਆਪਦੇ ਬਜ਼ੁਰਗਾਂ ਨੂੰ ਉੱਥੇ ਦਾਖਲ ਕਰਾਉਣਾ, ਉੱਥੇ ਭੇਜਣਾ ਹੈ। ਘਰ ਦੇ ਵਿੱਚ ਰੱਖਿਆ ਹੋਇਆ ਬਜ਼ੁਰਗ ਕਿਸੇ ਨੂੰ ਵੀ ਨਹੀਂ ਪਾਉਂਦਾ, ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ ਵੀ ਇਹ ਕੀ ਖਾਉ ਲਾਈ ਹੈ। ਜੇ ਕੋਈ ਪੈਸੇ ਵੀ ਲੈ ਲਏ, ਮਹੀਨੇ ਦਾ ਖਰਚਾ ਪਾਣੀ, ਪਰ ਉੱਥੇ ਹੀ ਖੰਘਦਾ ਰਹੇ, ਉੱਥੇ ਹੀ ਲੰਮੇ ਪਿਆ ਰਹੇ, ਸਾਨੂੰ ਕੀ। ਇਸ ਤਰ੍ਹਾਂ ਮੋਹ ਜਿੰਨਾ ਪਿੱਛੇ ਕਰਦਾ ਹੋਇਆ ਜ਼ਿੰਦਗੀ ਦਾ ਸਾਰਾ ਸਮਾਂ ਗਵਾ ਬੈਠਾ, ਉਹ ਹੁਣ ਆਪਦੇ ਘਰ ਦੇ ਵਿੱਚ, ਕਿਉਂਕਿ ਅੱਜ ਕੱਲ੍ਹ ਦੇ ਬੱਚੇ ਨੌਵਾਂ ਧੀਆਂ ਲਾਇਕ ਨਹੀਂ ਕਰਦੀਆਂ। ਸਾਡੇ ਤਾਂ ਮਾਂ ਪਿਓ ਹੋਏ ਅਤੇ ਬਾਕੀਆਂ ਦੇ ਥੋੜ੍ਹਾ ਕੁਛ ਲੱਗਦੇ ਨੇ, ਬੱਚੇ ਐਡਵਾਂਸ ਨੇ। ਉਹ ਕਹਿੰਦੇ ਵੀ ਇਹ ਕੀ ਬੋਲਦਾ ਰਹਿੰਦਾ ਹੈ, ਇਹਨੂੰ ਬਾਹਰ ਕੱਢੋ। ਜਿੱਥੇ ਬਜ਼ੁਰਗਾਂ ਦਾ ਸੈਂਟਰ ਬਣਿਆ ਹੋਇਆ ਉੱਥੇ ਜਮ੍ਹਾਂ ਕਰਾਓ, ਹਫ਼ਤੇ ਬਾਅਦ ਪਤਾ ਲੈ ਆਇਆ ਕਰਾਂਗੇ। ਇਸ ਤਰ੍ਹਾਂ ਇਹ ਦੁਨੀਆ ਦੀ ਰੀਤੀ ਹੈ। 10-10 ਘਰ ਨੇ ਅਤੇ ਫਿਰ ਵੀ ਬਾਰੀਆਂ ਥਾਣੀ ਸੜਕ ਵੱਲ ਵੇਖਦੇ ਨੇ ਵੀ ਧੀਆਂ ਪੁੱਤ ਕਦ ਮਿਲਣ ਆਉਣਗੇ। ਬਿਸਰਤ ਨਾਮ ਐਸੇ ਦੁੱਖ ਲਾਗਾ ਹੈ, ਪਰਮੇਸ਼ਰ ਦਾ ਨਾਮ ਭੁੱਲਣੇ ਕਰਕੇ ਅਜਿਹੇ ਦੋਸ਼, ਅਜਿਹੇ ਕਲੰਕ ਲੱਗਦੇ ਨੇ, ਜਿਨ੍ਹਾਂ ਦੋਸ਼ਾਂ ਕਰਕੇ ਅੰਤ ਨੂੰ ਜਮ ਮਾਰ ਸਮਾਰੇ ਨਰਕ ਖਰੇ, ਯਮ ਮਾਰ ਕੇ ਸੰਭਾਲ ਲਵੇਗਾ ਅਤੇ ਨਰਕ ਦੇ ਵਿੱਚ ਖੜਨ ਲੈ ਜਾਵੇਗਾ। ਜਾਂ ਦੋਸ਼ਾਂ ਨੂੰ ਯਾਦ ਕਰਵਾ ਕੇ ਜਮ ਮਾਰਦਾ ਹੈ ਅਤੇ ਸਜ਼ਾ ਦੇਣ ਲਈ ਨਰਕ ਦੇ ਵਿੱਚ ਲੈ ਜਾਂਦਾ ਹੈ। ਪੂਰਬ ਜਨਮ ਕੋ ਲੇਖਨ ਮਿਟਾਈ, ਪੂਰਬਲੇ ਜਨਮਾਂ 'ਚ ਕੀਤੇ ਮੰਦ ਕਰਮਾਂ ਦਾ ਲੇਖ ਪੂਰੇ ਗੁਰਾਂ ਦੀ ਸ਼ਰਨ ਪਏ ਤੋਂ ਬਿਨਾਂ ਮਿਟਦਾ ਨਹੀਂ। ਭੋਗੇ ਬਿਨ ਭਾਗਿਆ ਨਹੀਂ, ਕਰਮ ਗਤੀ ਬਲਵਾਨ। ਜਨਮ ਮਰੈ ਕਾ ਕਉ ਦੋਸ ਧਰੇ, ਇਸ ਲਈ ਜੰਮਦਾ ਹੈ, ਮਰਦਾ ਹੈ, ਫਿਰ ਕਿਸ ਨੂੰ ਦੋਸ਼ ਧਾਰੇਗਾ, ਭਾਵ ਕਿਹਨੂੰ ਦੋਸ਼ ਦੇਣਾ ਕਰੇਗਾ, ਕਿਉਂਕਿ ਦੋਸ਼ ਆਪਣੇ ਕਰਮਾਂ ਦਾ ਹੀ ਹੁੰਦਾ।
ददै दोष न दियो किस, दोष कर्मा अपनिया, जो मैं किया सो मैं पाया, दोष न दीजै अवर जाना। महाराज फरमाउंदे ने कि किनू दोष देवेगा, भाव किसी नू भी नहीं देना करेगा, क्योंकि ਇਹਦਾ ਆਪਦਾ ਹੀ ਦੋਸ਼ है। बिन गुर बाद जीवन होर मरना। सतगुरु सच्चे पातशाह महाराज तो बिना होर मरना ते जिउना व्यर्थ है, ते किसी भी अर्थ नहीं है। बिन गुर शब्द जन्म जरे। गुर उपदेश तो बिना ये जीव होर जन्म भाव 84 ਲੱਖ ਜੂਨਾਂ ਦੇ ਵਿੱਚ ਜਰੇ ਜੜਿਆ ਜਾਂਦਾ, ਜਾਂ ਮਾਤਾ ਦੇ ਗਰਭ ਦੇ ਵਿੱਚ ਜਰੇ ਜਲਦਾ ਰਹਿੰਦਾ ਹੈ, ਜਾਂ ਕਾਮ ਕ੍ਰੋਧ ਆਦਿਕ ਵਿਕਾਰਾਂ ਰੂਪ ਅਗਨੀ ਦੇ ਵਿੱਚ ਜਲਦਾ ਸੜਦਾ ਰਹਿੰਦਾ ਹੈ। खुशी खुआर भई रस भोगण। जीव रसां दे भोगण दे खुशी दे विच खराब हो रहा, भाव परेशान हो रहा है, या अंत नो मरण तो बाद खराब होएगा, भाव परेशान होवेगा, मरण तो पहला भी बीमारियां दे घेरे विच आ जाएगा, क्योंकि हर वक्त ये की करदा है, फोकट कर्म विकार करे। काम आदि विकारां नूं ਵਧਾਉਣ वाले फोके कर्मां नूं करदा रहिंदा है, या जीवन बदल जाण वाले फोके निष्काम कर्मां नूं करदा रहिंदा। सोने दे या चांदी दे कुछ ते मार मार के खांदा कि मैं जवान रहा, ਉਹੀ फिर सिर नूं फतूर चढ़ जांदा, वो गर्मी बह जाती, काला पीलिया हो जाता। कई आपकी जिंदगी इउं बर्बाद कर बैठे। जो रब ने जिस तरह का बनाया है ਉਹਦੇ ਵਿੱਚ ही प्रसन्न रहना चाहिए है। आ मुंडे साडे जिम जुम जान वाले बाल्टियां जड़े जड़े वड्डे डब्बे हुंदे ने, आखे जी आ डोज़ां लो, खुराकां खाओ, ਉਹਦੇ ਨਾਲ पथरी बन जाती है। ये चीज़ां होईयां मैं वेखियां, ते कईयां ने मेरे कोल दस्सिया, हर वो गल मानते ने भी जो परमात्मा ने बनाया उस तरह रहना चाहिए। वाधू की खुराक वो सिर नूं जड़ जाती, शरीर की बर्बादी हो जाती है, वो पहला नालों भी बंदा गया गवाचा हो जाता। इउं फोकट कर्म विकार करे, विकारां नूं भोगण वास्ते फजूल दे कर्म करता है, फजूल दा खाना पीना करता है। नाम विसार, नाम विसार लोभ मूल खोयो। मनमुख जीव ने नाम नूं तां भुलाया होया है। जो कबीर जी, नामदेव जी वर्गिया ने, धन बाबा फरीद साहब जी ने बचन कीते ने कि जिहड़ी जवानी है इहदा बल प्रभु दे नाम जपण दे विच लाओ, जोर दे नाल कीर्तन करो, जोर नाल बाणी पढ़ो, ये सारा बल गुरबाणी विच खत्म करो। जो बन जांदे ना डरा, नाम जपदियां जवानी चली जाए तो समझो सफल है, किसी प्रकार डरन की लोड़ नहीं। जो बन जांदे ना डरा, जिसै प्रीत न जाए, फरीदा कीती जो बन प्रीत बिन, सुख गए कमलाए। ये रब की प्रीति तो बगैर किन्नियां जवानियां सोके कमला गई। वाहिगुरु दे नाम नूं तां भुलाया होया ते लोभ मूल खोयो, लालच दे विच ला के मुढ़ या स्वास या पुन्न या मुढ़ रूप हरि नूं खो लिया, गवा लिया है। सैरा धर्म राय का दंड परे। इस करके मनमुख दे सिर ते धर्म राजे दे दूतां दा डंडा पैंदा, जम का डंड मूड में लागे, खिन में करे नबीरा, डंडा वजदा यमदूतां दा। गुरमुख राम नाम गुण गावह। ਜਿਹੜੇ ਗੁਰਮੁਖ ਬਣਦੇ ਨੇ ਉਹ ਮੁਖੀ ਗੁਰਾਂ ਦੁਆਰਾ ਰਾਮ ਪਰਮੇਸ਼ਰ ਦੇ ਨਾਮ ਨੂੰ ਆਪ ਜਪਦੇ ਨੇ,
ਦੂਜਿਆਂ ਨੂੰ ਜਪਾਉਂਦੇ ਨੇ, ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਹਨ। ਜਾ ਕਉ ਹਰ ਪ੍ਰਭ ਨਦਰ ਕਰੇ। ਪਰ ਗੁਰਮੁਖ ਹਰੇਕ ਨਹੀਂ ਮੰਨਦਾ। ਜਿਨ੍ਹਾਂ ਦੇ ਹਰੇ ਭਰੇ ਕਰਨ ਵਾਲਾ ਪਰਮੇਸ਼ਰ ਕਿਰਪਾ ਦ੍ਰਿਸ਼ਟੀ ਕਰਦਾ, ਉਹੀ ਗੁਰਮੁਖ ਬਣ ਕੇ ਮੁਖੀ ਗੁਰਾਂ ਦੁਆਰਾ ਮਹਾਰਾਜ ਦੇ ਨਾਮ ਨੂੰ ਜਪਦੇ ਹਨ। ਤੇ ਨਿਰਮਲ ਪੁਰਖ ਪਰੰਪਰ ਪੂਰੇ। ਉਹ ਉਜਲ ਜੀਵਨ ਵਾਲੇ ਪੁਰਖ ਹਨ, ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਅਤੇ ਸ਼ੁਭ ਗੁਣਾਂ ਵਿੱਚ ਪੂਰੇ ਨੇ, ਜਾਂ ਪੂਰਨ ਗਿਆਨਵਾਨ ਨੇ, ਜਾਂ ਨਿਰਮਲ ਅਵਿਦਿਆਰੂ ਮੈਲ ਤੋਂ ਰਹਿਤ ਨਿਰਵਕਾਰ ਉਹਨਾਂ ਦਾ ਜੀਵਨ ਹੈ। ਪੁਰਖ ਪੂਰਨ ਪੁਰਸ਼ਾਰਥ ਵਾਲੇ ਨੇ, ਪ੍ਰਕਿਰਤੀ ਤੋਂ ਪਰੇ ਹਨ ਅਤੇ ਪੂਰਨ ਗਿਆਨਵਾਨ ਹਨ। ਤੇ ਜਗ ਮਹਿ ਗੁਰ ਗੋਵਿੰਦ ਹਰੇ। ਤੇ ਉਹ ਜਗ ਸੰਸਾਰ ਦੇ ਵਿੱਚ ਗੁਰਾਂ ਦੇ ਨਾਲ ਮਿਲ ਕੇ ਗੋਵਿੰਦ ਹਰੇ ਹਰੀ ਪਰਮੇਸ਼ਰ ਦਾ ਰੂਪ ਹੋ ਗਏ ਨੇ। ਇਉਂ ਪੁਰਖ ਗੁਰਾਂ ਨੇ ਨਾਮ ਬਾਣੀ ਦਾ ਉਪਦੇਸ਼ ਦੇ ਕੇ ਸੰਸਾਰ ਵਿੱਚ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਸ਼ੁਭ ਗੁਣਾਂ ਨਾਲ ਹਰੇ ਭਰੇ ਕੀਤੇ ਨੇ। ਇੱਥੇ ਗੋਵਿੰਦ ਟਿੱਪੀ ਤੋਂ ਬਗੈਰ ਹੀ ਸਹੀ ਹੈ। ਹਰ ਸਿਮਰਹੁ ਗੁਰ ਬਚਨ ਸਮਾਰਹੁ। ਇਸ ਲਈ हे ਮੇਰੇ ਭਰਾਵੋ, ਗੁਰਮਤਿ ਧਾਰਨ ਕਰਕੇ ਹਰੀ ਪਰਮੇਸ਼ਰ ਦਾ ਸਿਮਰਨ ਕਰੋ ਅਤੇ ਗੁਰ ਬਚਨ ਗੁਰੂ ਸਾਹਿਬ ਦੇ ਬਚਨਾਂ ਨੂੰ ਸਮਾਰੋ, ਯਾਦ ਰੱਖੋ। ਸੰਗਤ ਹਰ ਜਨ ਭਾਉ ਕਰੇ। ਅਤੇ ਹਰੀ ਪਰਮੇਸ਼ਰ ਦੇ ਪਿਆਰੇ ਸੰਤ ਜਨਾਂ ਦੀ ਸੰਗਤ ਨਾਲ ਸਰੀਰ ਕਰਕੇ, ਮਨ ਕਰਕੇ, ਬਾਣੀ ਕਰਕੇ ਪ੍ਰੇਮ ਕਰੋ। ਹਰ ਜਨ ਗੁਰ ਪ੍ਰਧਾਨ ਦੁਆਰਾ। हे ਹਰੀ ਪਰਮੇਸ਼ਰ, ਜੋ ਗੁਰਮੁਖ ਜਨ ਗੁਰ ਉਪਦੇਸ਼ ਦੁਆਰਾ ਤੇਰਾ ਨਾਮ ਜਪ ਕੇ ਇਸ ਲੋਕ ਦੇ ਵਿੱਚ ਕਾਮ ਕ੍ਰੋਧ ਆਦਿਕ ਵਿਕਾਰਾਂ ਨੂੰ ਜਿੱਤ ਕੇ ਪ੍ਰਧਾਨ ਬਣੇ ਨੇ। ਗੁਰਦੁਆਰੇ ਦਾ ਪ੍ਰਧਾਨ ਪਿਆਰੇ ਦਇਆ ਸਿੰਘ ਜੀ, ਪਿਆਰੇ ਧਰਮ ਸਿੰਘ, ਪਿਆਰੇ ਹਿੰਮਤ ਸਿੰਘ, ਪਿਆਰੇ ਮੋਹਕਮ ਸਿੰਘ, ਪਿਆਰੇ ਸਾਹਿਬ ਸਿੰਘ ਜੀ ਹਨ, ਜਿਨ੍ਹਾਂ ਨੇ ਕਾਮ ਆਦਿਕ ਵਿਕਾਰਾਂ ਨੂੰ ਜਿੱਤ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਕੋਲੋਂ ਪ੍ਰਧਾਨਗੀ ਲਈ ਹੈ। ਇਹ ਮੁਖੀ ਹਨ ਗੁਰਮੁਖ, ਜਿਨ੍ਹਾਂ ਵਿਕਾਰਾਂ ਨੂੰ ਜਿੱਤਿਆ। ਧੰਨ ਬਾਬਾ ਦੀਪ ਸਿੰਘ ਜੀ ਪ੍ਰਧਾਨ ਹੈ। ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਇਸ ਘਰ ਦਾ ਪ੍ਰਧਾਨ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਦਾ ਮੁਖੀ ਗੁਰਮੁਖ ਹੈ, ਜੋ ਤੇਰੇ ਸੱਚਖੰਡ ਰੂਪ ਦਰਬਾਰ ਦੇ ਵਿੱਚ ਪੰਜ ਪ੍ਰਮਾਣ, ਪੰਜ ਪ੍ਰਧਾਨ, ਪੰਜ ਪਿਆਰੇ ਮੁਖੀ ਬਣੇ ਹੋਏ ਨੇ। ਸੋ ਪੰਜ ਸ੍ਰੇਸ਼ਟ ਗੁਰਮੁਖ ਸੰਤ ਜਨ ਮੁਖੀ ਹਨ। ਨਾਨਕ ਤਿਨ ਜਨ ਕੀ ਰੇਣ ਹਰੇ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ, हे ਹਰੀ, ਤਿੰਨਾਂ ਗੁਰਮੁਖ ਜਨਾਂ ਦੀ ਚਰਨ ਧੂੜੀ ਸਾਨੂੰ ਬਣਾਉਣਾ ਕਰੋ, ਚਰਨ ਧੂੜੀ ਦੇਣਾ ਕਰੋ ਜੀ। ਏਕੋ ਓੰਕਾਰ। ਕਿਉਂਕਿ ਪ੍ਰਕਰਨ ਜੋ ਬਦਲ ਰਿਹਾ, ਇਸ ਲਈ ਪੰਜਵੇਂ ਪਾਤਸ਼ਾਹ ਜੀ ਮੰਗਲ ਉਚਾਰ ਰਹੇ ਨੇ। ਇੱਕ ਅਦੁੱਤੀ ਪਰਮੇਸ਼ਰ ਹੈ, ਓੰਕਾਰ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ, ਜੋ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਮਾਰੂ ਕਾਫੀ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਾਰੂ ਰਾਗ ਦੇ ਵਿੱਚ ਕਾਫੀ ਛੰਦ ਉਚਾਰਨ ਕਰ ਰਹੇ ਹਨ। ਕਾਫੀ ਇੱਕ ਰਾਗਣੀ ਹੈ, ਜੋ ਕਾਫੀ ਠਾਠ ਦੀ ਸੰਪੂਰਨ ਰਾਗਣੀ ਹੈ। ਇਸ ਨੂੰ ਗਾ ਸ਼ੁੱਧ ਤੇ ਕੋਮਲ ਦੋਵੇਂ ਲੱਗਦੇ ਨੇ। ਨੀ ਕੋਮਲ ਤੇ ਬਾਕੀ ਸਾਰੇ ਸ਼ੁੱਧ ਸੁਰ ਹਨ। ਪੰਚਮ ਜੋ ਪਾ ਹੈ ਇਹ ਵਾਦੀ ਹੈ, ਸਾ ਸੰਵਾਦੀ ਹੈ। ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ। ਕਈਆਂ ਨੇ ਕਾਫੀ ਨੂੰ ਧਮਾਰ ਦਾ ਨਾਮ ਦਿੱਤਾ ਹੈ। ਸਾਰੇ ਗਾ ਮਾ ਬਾ ਦਾ ਨੀ ਸਾ ਨੀ ਧਾ ਪਾ ਮਾ ਗਾ ਰੇ ਸਾ। ਸੋ ਰੋਈ ਅਵਰੋਈ ਦੇ ਵਿੱਚ ਸੱਤੇ ਹੀ ਸੁਰਾਂ ਲੱਗਦੀਆਂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੂਹੀ,
ਤਲੰਗ, ਆਸਾ, ਮਾਰੂ ਰਾਗਾਂ ਦੇ ਨਾਲ ਮਿਲਾ ਕੇ ਕਾਫੀ ਲਿਖੀ ਹੋਈ ਹੈ, ਪਰੰਤੂ ਵੱਖਰੀ ਲਿਖੀ ਨਹੀਂ ਮਿਲਦੀ। ਕਾਫੀ ਇੱਕ ਬਹੁਤ ਵਧੀਆ ਰਾਗ ਹੈ, ਗਾਉਣਾ ਵੀ ਸੌਖਾ। ਗੀਤ ਦੀ ਇੱਕ ਧਾਰਨਾ ਹੈ। ਅਰਬੀ ਵਿੱਚ ਕਾਫੀ ਦਾ ਅਰਥ ਪਿੱਛੇ ਚੱਲਣ ਵਾਲਾ ਹੈ। ਅਨੁਚਰ ਅਨੁਗਾਮੀ ਛੰਦ ਦਾ ਉਹ ਪਦ ਜੋ ਸਥਾਈ ਰਹਾਉ ਹੋਵੇ, ਜਿਸ ਦੇ ਮਗਰ ਹੋਰ ਬਾਕੀ ਤੁਕਾਂ ਗਾਉਣ ਵੇਲੇ ਨਾਲ ਜੋੜੀਆਂ ਜਾਣ ਤੇ ਜੋ ਮੁੜ ਗੀਤ ਦੇ ਤਾਲ ਵਿਸ਼ਰਾਮ ਤੇ ਆਵੇ, ਉਹ ਕਾਫੀ ਹੈ। ਬੁੱਲੇ ਸ਼ਾਹ ਦੀਆਂ ਕਾਫੀਆਂ ਕਾਫੀ ਪ੍ਰਸਿੱਧ ਨੇ। ਇਹ ਛੰਦ ਦੀ ਇੱਕ ਖਾਸ ਜਾਤੀ ਨਹੀਂ ਹੈ। ਸੂਫੀ ਫਕੀਰ ਜੋ ਪ੍ਰੇਮ ਰਸ ਭਰੇ ਪਦ ਗਾਇਆ ਕਰਦੇ ਸਨ ਤੇ ਜਿਨ੍ਹਾਂ ਪਿੱਛੇ ਸਾਰੀ ਮੰਡਲੀ ਮੁਖੀਏ ਦੇ ਕਹੇ ਪਦ ਨੂੰ ਦੁਹਰਾਉਂਦੀ ਹੈ, ਉਹ ਕਾਫੀ ਨਾਮ ਤੋਂ ਪ੍ਰਸਿੱਧ ਹੈ। ਜਿਵੇਂ ਬੁੱਲੇ ਸ਼ਾਹ ਦੀਆਂ ਕਾਫੀਆਂ ਗਾਉਣ ਵਾਲੇ ਬੜੀਆਂ ਉੱਚੀਆਂ ਟਾਰਾਂ ਲਾ ਗਾਉਂਦੇ ਨੇ। ਜਾਂ ਕਾਫੀ ਪੰਜਾਬੀ ਵਿੱਚ ਇੱਕ ਪ੍ਰਬੰਧਕ ਚਾਲ ਹੈ ਜੋ ਕਵੀ ਲੋਕ ਰਚਦੇ ਨੇ। ਬੁੱਲੇ ਸ਼ਾਹ ਫਕੀਰ ਦੀਆਂ ਕਾਫੀਆਂ ਦੀ ਪੰਜਾਬ ਦੇ ਵਿੱਚ ਕਾਫੀ ਪ੍ਰਸਿੱਧੀ, ਜੋ ਚੌਪਈ ਦਾ ਰੂਪ 16 ਮਾਤਰਾ ਦੀਆਂ ਹੁੰਦੀਆਂ ਹਨ। ਤੋ ਇਉਂ ਕਾਫੀ ਇੱਕ ਰੌਚਕ ਰਾਗ ਹੈ। ਸੰਗੀਤ ਸਾਗਰ ਬੁੱਕ ਦਮਦਮੀ ਟਕਸਾਲ ਵੱਲੋਂ ਪ੍ਰਕਾਸ਼ਿਤ ਹੋਈ ਹੈ। ਉਹਦੇ ਵਿੱਚ ਕਾਫੀ ਰਾਗ ਦੇ ਬਹੁਤ ਜ਼ਿਆਦਾ ਸ਼ਬਦ ਦਰਜ ਕੀਤੇ ਗਏ ਹਨ। ਸੋ ਇੰਜ ਪਹਿਲੇ ਪਾਤਸ਼ਾਹ ਜੀ ਮਾਰੂ ਰਾਗ ਦੇ ਵਿੱਚ ਕਾਫੀ ਛੰਦ ਉਚਾਰੇ ਨੇ। ਘਰ ਦੂਜੇ ਘਰ ਸੁਰਤਾਲ ਦੇ ਵਿੱਚ ਪਾਵਨ ਸ਼ਬਦ ਉਚਾਰਨ ਕਰ ਰਹੇ ਹਨ। ਸ੍ਰੀ ਕਰਤਾਰਪੁਰ ਸਾਹਿਬ ਰਾਵੀ ਦੇ ਕਿਨਾਰੇ ਤੇ ਸਿੱਖ ਸੰਗਤਾਂ ਨੂੰ ਉਪਦੇਸ਼ ਦਿੰਦਿਆਂ ਇਹ ਅਸ਼ਟਪਦੀਆਂ ਦੀ ਬਾਣੀ, ਇਹਦੇ ਵਿੱਚ ਜਗਿਆਸੂ ਤੇ ਮਹਾਤਮਾ ਰੂਪ ਸਖੀ ਦੇ ਸਨਮਾਨ ਦੁਆਰਾ ਗੁਰੂ ਮਹਾਰਾਜ ਨੇ ਉਪਦੇਸ਼ ਦੇਣਾ ਕੀਤਾ। ਆਓ ਪਿਆਰ ਨਾਲ ਸੁਣੋ ਜੀ। ਆਵੋ ਵੰਨੋ ਡੁੰਮਣੀ। ਇਹਦਾ ਅਰਥ ਦੋ ਮਨੀ ਇਸਤਰੀ ਹੈ ਜਿਹਦਾ ਮਨ ਦੁਬਿਧਾ ਦੇ ਵਿੱਚ ਹੈ। ਜਿਵੇਂ ਦੋ ਮਣੀ ਇਸਤਰੀ ਕਦੇ ਪੇਕੇ ਘਰ ਆਉਂਦੀ ਹੈ, ਕਦੇ ਸਹੁਰੇ ਘਰ ਵੀ ਜਾਂਦੀ ਹੈ। ਪਤੀ ਦੀ ਸੇਵਾ ਜਿਸ ਵਾਸਤੇ ਵਿਆਹ ਕਰਾਇਆ ਸੀਗਾ, ਜੇ ਆਪਦੇ ਪੇਕੇ ਘਰ ਹੀ ਰਹਿਣਾ ਫਿਰ ਨਾ ਹੀ ਬੰਦਾ ਵਿਆਹ ਕਰਾਏ। ਮਾਂ ਪਿਓ ਦੇ ਕੰਮ ਦਾ ਇਹ, ਜੇ ਵਿਆਹ ਕਰਾਇਆ ਫਿਰ ਸਹੁਰੇ ਘਰ ਦਾ ਸਵਾਰੇ, ਜੇ ਪਿੱਛੇ ਫਿਰ ਧਿਆਨ ਰੱਖਣਾ ਫਿਰ ਕੋਈ ਫਾਇਦਾ ਨਹੀਂ ਹੈ। ਪਤੀ ਦੀ ਸੇਵਾ ਤੋਂ ਵੀ ਮਾਂਝੀ ਤੇ ਮਾਂ ਪਿਓ ਘਰ ਵੀ ਪ੍ਰਾਹੁਣਿਆਂ ਦੀ ਤਰ੍ਹਾਂ ਉੱਥੇ ਵੀ ਸੇਵਾ ਨਹੀਂ ਕਰਨੀ, ਨਾ ਪੇਕੇ ਘਰ ਦੀ ਨਾ ਸਹੁਰੇ ਘਰ ਦੀ, ਕਿਤੇ ਵੀ ਆਦਰ ਨਹੀਂ ਪਾਉਂਦੀ ਹੈ। ਇਉਂ ਉਹ ਸਦਾ ਹੀ ਡੁੰਮਣੀ ਦਾ ਅਰਥ ਦੁਖੀ ਰਹਿੰਦੀ ਹੈ, ਭਾਵੇਂ ਪਤੀ ਤੋਂ ਬਗੈਰ। ਕਿਤੇ ਮਿੱਤਰ ਕਰਿਓ, ਕਿੰਨੇ ਵੀ ਮਿੱਤਰ ਬਣਾ ਲੈਣਾ ਕਰੇ, ਕਿਉਂਕਿ ਜਿਹੜੀ ਤੁਰੀ ਫਿਰਦੀ ਹੈ ਸਮਝ ਲਓ ਵੀ ਉਹਦੇ ਹੋਰ ਮਿੱਤਰ ਹਨ। ਇਸੇ ਪ੍ਰਕਾਰ ਆਵੋ ਵੰਨੋ ਡੁੰਮਣੀ। ਦੁਚਿੱਤੇ ਮਨ ਵਾਲੀ ਇਹ ਜੀਵ ਰੂਪ ਇਸਤਰੀ ਕਦੇ ਇਸ ਲੋਕ ਦੇ ਵਿੱਚ ਜਨਮ ਧਾਰ ਕੇ ਆਉਂਦੀ ਹੈ, ਕਦੇ ਮਰ ਕੇ ਪਰਲੋਕ ਦੇ ਵਿੱਚ ਚਲੀ ਜਾਂਦੀ ਹੈ। ਪਤੀ ਪਰਮੇਸ਼ਰ ਦੀ ਭਗਤੀ ਰੂਪ ਸੇਵਾ ਨੂੰ ਨਹੀਂ ਕਰਦੀ ਹੈ, ਇਸ ਕਰਕੇ ਡੁੰਮਣੀ ਦੁਖੀ ਰਹਿੰਦੀ ਹੈ ਜਾਂ ਆਉਣ ਜਾਣ ਦੇ ਵਿੱਚ ਦੁਖੀ ਹੁੰਦੀ ਰਹਿੰਦੀ ਹੈ। ਭਾਵੇਂ ਕਿ ਉਹ ਕਿਤੇ ਮਿੱਤਰ ਕਰਿਓ, ਕਿਤਨੇ ਵੀ ਦੇਵੀ ਦੇਵਤਿਆਂ ਨੂੰ ਆਪਣਾ ਮਿੱਤਰ ਬਣਾ ਲੈਣਾ ਕਰੇ, ਕਿਸੇ ਕੰਮ ਨਹੀਂ ਆਉਣਾ ਮਰਨ ਤੋਂ ਬਾਅਦ, ਤਾਂ ਆਪਣਾ ਗੁਰੂ ਧਿਆਏ ਮਿਲ ਕੁਸਲ ਛੇਤੀ ਘਰ ਆਏ। ਆਪਣੇ ਗੁਰੂ ਗ੍ਰੰਥ ਸਾਹਿਬ ਨੇ ਹੀ ਕੰਮ ਆਉਣਾ ਹੈ, ਕਿਉਂਕਿ ਉੱਥੇ ਕਿਸੇ ਦੀ ਪਹੁੰਚ ਹੀ ਨਹੀਂ ਹੈ। ਉਹ ਤਾਂ ਆਪ ਤਰਲੇ ਮਾਰਦੇ ਨੇ ਕਿ ਅਸੀਂ ਕਾਲ ਤੋਂ ਬਚ ਜਾਈਏ। ਅਰਥਾਤ ਦੇਵੀ ਦੇਵਤਿਆਂ ਦੀ ਮਿੱਤਰਤਾ ਭਾਵ ਉਪਾਸ਼ਨਾ ਕਾਲ ਤੋਂ ਛਡਾਉਣ, ਜਮਾਂ ਤੋਂ ਬਚਾਉਣ ਵਾਲੀ ਨਹੀਂ ਹੈ। ਹਾਂ, 2-4 ਇੱਛਾ ਪੂਰੀਆਂ ਕਰ ਦੇਣਗੇ, ਉਹ ਵੀ ਸਾਡੇ ਕਰਮਾਂ ਦੇ ਵਿੱਚੋਂ ਹੀ ਦੇਣਗੇ, ਆਪਣੇ ਕੋਲੋਂ ਨਹੀਂ ਕੋਈ ਦਿੰਦਾ, ਨਾ ਕੋਈ ਦੇ ਸਕਦਾ। ਕਿਸੇ ਦੇ ਦਿੱਤੇ ਦੇ ਵਿੱਚੋਂ ਹੀ ਕੋਈ ਦਿੰਦਾ ਹੈ। ਗੁਰੂ ਸਾਹਿਬ ਹਨ ਜਿਹੜੇ ਆਪਣੇ ਕੋਲੋਂ ਦਿੰਦੇ ਨੇ। ਬਾਕੀ ਜਿੰਨੇ ਵੀ ਪੀਰ ਨੇ, ਫਕੀਰ ਨੇ, ਕੋਈ ਸਾਧੂ ਸੰਤ ਜਾਂ ਕੋਈ ਦੇਵੀ ਦੇਵਤੇ ਨੇ, ਉਹ ਤੁਹਾਡੇ ਕਰਮਾਂ 'ਚੋਂ ਜਿਹੜਾ ਮੰਨ ਲਓ ਸਾਲ ਬਾਅਦ ਲਿਖਿਆ ਉਹ ਹੁਣੇ ਲਿਆ ਕੇ ਫੜਾ ਦੇਣਗੇ ਕਰਮਾਂ ਦੇ ਵਿੱਚੋਂ ਹੀ।
ਇੱਥੋਂ ਤੱਕ ਵੀ ਕਈਆਂ ਦੀ ਪਹੁੰਚ ਹੈ ਵੀ ਜਿਹੜਾ ਅਗਲੇ ਜਨਮ 'ਚ ਲਿਖਿਆ ਉਹ ਇਸ ਜਨਮ 'ਚ ਦੇਣਗੇ। ਆਪਣੇ ਕੋਲੋਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਕਦੇ ਨੇ, ਧੰਨ ਗੁਰੂ ਰਾਮਦਾਸ ਜੀ ਨੇ, ਪੁੱਚੋ ਪਿੰਡ ਦੇ ਰਹਿਣ ਵਾਲੇ ਭਾਈ ਆਦਮ ਜੀ ਨੂੰ, ਜਿਹੜਾ ਆਪਦੇ ਘਰ ਚੌਥਾ ਪੁੱਤਰ ਹੋਣਾ ਸੀਗਾ, ਉਹ ਭਗਤੀ ਦੀ ਅੰਸ਼ ਵਿੱਚੋਂ ਭਾਈ ਭਗਤੂ ਆਪਣੇ ਘਰੋਂ ਬਖਸ਼ਿਆ ਹੈ। ਇਉਂ ਗੁਰੂ ਸਾਹਿਬ ਤੋਂ ਬਗੈਰ ਨਾਮ ਦੀ ਦਾਤ, ਮੁਕਤੀ ਦੀ ਦਾਤ ਕੋਈ ਨਹੀਂ ਬਖਸ਼ ਸਕਦਾ। ਸਾ ਧਨ ਟੋਈ ਨਾ ਲਹੈ, ਉਹ ਧਨ ਇਸਤਰੀ ਪੇਕੇ ਘਰ ਤੇ ਸਹੁਰੇ ਘਰ ਦਾ ਆਸਰਾ ਨਹੀਂ ਲੈ ਸਕਦੀ ਹੈ ਅਤੇ ਆਪਣੇ ਪਤੀ ਦੇ ਪਿਆਰ ਵੱਲੋਂ ਵਾਡੀ ਕਿਉਂ ਧੀਰਿਓ, ਵਿਛੜੀ ਹੋਈ ਕਿੰਜ ਧੀਰਜ ਨੂੰ ਪਕੜੇ, ਭਾਵ ਨਹੀਂ ਪਕੜ ਸਕਦੀ। ਮਹਾਰਾਜ ਦਾ ਬਚਨ, ਵੈਸਾਖ ਧੀਰਨ ਕਿਉਂ ਵਾਢੀਆਂ, ਜਿਨ੍ਹਾਂ ਪ੍ਰੇਮ ਵਿਸ਼ੋਹ, ਹਰ ਸਾਜਨ ਬਰਖ ਵਿਸਾਰ ਕੇ ਲੱਗੀ ਮਾਇਆ ਤੋਹ। ਧੀਰਜਤਾ ਤੋਂ ਰਹਿਤ ਹੋ ਕੇ ਵਿਛੜੀ ਹੋਈ ਦੁੱਖ ਹੀ ਭੋਗਦੀ ਹੈ। ਇਸੇ ਪ੍ਰਕਾਰ ਸਾ ਧਨ ਟੋਈ ਨਾ ਲਹੈ, ਇਹ ਜਿਹੜੀ ਜੀਵ ਰੂਪ ਇਸਤਰੀ ਹੈ, ਇਸ ਲੋਕ ਰੂਪੀ ਪੇਕੇ ਘਰ ਵਿੱਚ ਸਤ ਸੰਗਤ ਦਾ ਅਤੇ ਪਰਲੋਕ ਰੂਪ ਸਹੁਰੇ ਘਰ ਵਿੱਚ ਸੱਚ ਸਰੂਪ ਦੀ ਪ੍ਰਾਪਤੀ ਵਾਲੀ ਤੁਰਿਆ ਪਦ ਰੂਪ ਅਵਸਥਾ ਦਾ ਆਸਰਾ ਨਹੀਂ ਲੈ ਸਕਦੀ ਹੈ। ਵਾਡੇ ਕਿਉਂ ਧੀਰਿਓ, ਅਤੇ ਪਤੀ ਪਰਮੇਸ਼ਰ ਵੱਲੋਂ ਮਿਛੜੀ ਹੋਈ ਕਿੰਜ ਧੀਰਜਤਾ ਨੂੰ ਪਕੜੇ, ਭਾਵ ਨਹੀਂ ਪਕੜ ਸਕਦੀ। ਜਾਂ ਗੁਰ ਸ਼ਬਦ ਦੇ ਕਮਾਉਣ ਵੱਲੋਂ ਮਿਛੜੀ ਹੋਈ ਕਿੰਜ ਧੀਰਜਤਾ ਨੂੰ ਪ੍ਰਾਪਤ ਕਰੇ, ਭਾਵ ਨਹੀਂ ਕਰ ਸਕਦੀ। ਅਰਥਾਤ ਜੋ ਇਸਤਰੀ ਔਗਣਾ ਕਰਕੇ ਪਤੀ ਦੇ ਘਰ ਰਹਿੰਦਿਆਂ ਵੀ ਪਤੀ ਨਾਲੋਂ ਵਿਛੜੀ ਹੁੰਦੀ ਹੈ, ਉਹ ਧੀਰਜਤਾ ਵਾਲੀ ਨਹੀਂ ਹੁੰਦੀ। ਉਹਦਾ ਚਿਹਰਾ ਵੇਖਿਓ, ਉਹਦਾ ਰੰਗ ਉੱਡਿਆ ਪੁੱਡਿਆ ਜਿਹਾ ਹੁੰਦਾ, ਡੱਬ ਖੜਪਾ ਜਿਹਾ। ਉਹ ਹਮੇਸ਼ਾ ਹੀ ਉਦਾਸ ਰਹਿੰਦੀ ਹੈ, ਸੋਚਾਂ ਸੋਚਦੀ, ਸਦਾ ਝੋਰਦੀ ਰਹਿੰਦੀ ਹੈ, ਕਦੀ ਖੁਸ਼ੀ ਦੀ ਅੰਸ਼ ਨਹੀਂ ਹੋਏਗੀ। ਇਸੇ ਤਰ੍ਹਾਂ ਜਗਿਆਸੂ ਰੂਪ ਇਸਤਰੀ ਜੋ ਪਤੀ ਪਰਮੇਸ਼ਰ ਦੇ ਹਿਰਦੇ ਰੂਪ ਘਰ ਦੇ ਵਿੱਚ ਰਹਿੰਦਿਆਂ ਵੀ ਔਗਣਾ ਕਰਕੇ ਪਤੀ ਪਰਮੇਸ਼ਰ ਨਾਲੋਂ ਵਿਛੜੀ ਹੋਈ ਹੈ, ਉਹਨਾਂ ਦੇ ਚਿਹਰੇ 'ਤੇ ਰੁਹਾਨਗੀ ਕਦੀ ਨਹੀਂ ਆਏਗੀ। ਉਹਨਾਂ ਨੂੰ ਆਪਦੇ ਔਗਣ ਹੀ ਦੁਖੀ ਕਰਦੇ ਰਹਿਣਗੇ, ਭਾਵੇਂ ਉਹ ਦੁਨੀਆ ਦੇ ਰਾਜ ਭਾਗ ਦੀ ਮਾਲਕ ਵੀ ਹੋ ਜਾਏ ਜੀਵ ਇਸਤਰੀ, ਆਪਣੇ ਆਪ ਨੂੰ ਦੁਨੀਆ ਵਿੱਚ ਪੂਜਨੀਕ ਵੀ ਸੰਤ ਵੀ ਅਖਵਾ ਲਏ, ਉਹ ਧੀਰਜਤਾ ਨੂੰ ਨਹੀਂ ਪਾ ਸਕਦੀ, ਭਾਵ ਉਸ ਨੂੰ ਸਰੂਪ ਦੀ ਸਖਿਆਤਤਾ ਨਹੀਂ ਹੁੰਦੀ। ਜਿਵੇਂ ਛੱਪੜ ਆਦਿ ਦਾ ਪਾਣੀ ਚੋਟੀ ਆਦਿਕ ਪਸ਼ੂਆਂ ਦੇ ਵਿੱਚ ਵੜਨ ਨਾਲ ਹਿੱਲਦਾ ਤੇ ਗੰਦਲਾ ਹੋ ਜਾਂਦਾ ਹੈ, ਉਹਦੇ ਵਿੱਚ ਆਪਣਾ ਮੁਖ ਨਹੀਂ ਦਿਖਦਾ ਅਤੇ ਨਾ ਹੀ ਚੰਦਰਮਾ ਦਾ ਪ੍ਰਤੀਬਿੰਬ ਪੈਂਦਾ ਹੈ। ਜਾਂ ਬੂਟੀ ਦੇ ਪੈਦਾ ਹੋਣ ਨਾਲ ਵੀ ਮੁਖੜਾ ਜਾਂ ਚੰਦਰਮਾ ਦਾ ਪ੍ਰਤੀਬਿੰਬ ਪੈਂਦਾ ਨਹੀਂ ਦਿਖਦਾ। ਜੇਕਰ ਝੋਟੀਆਂ ਤੇ ਬੂਟੀ ਨੂੰ ਬਾਹਰ ਕੱਢ ਦਿੱਤਾ ਜਾਏ ਤਾਂ ਮੁਖੜਾ ਤੇ ਚੰਦਰਮਾ ਦਾ ਪ੍ਰਤੀਬਿੰਬ ਸਾਫ਼ ਦਿਸ ਸਕਦਾ। ਇਸੇ ਪ੍ਰਕਾਰ ਜੀਵ ਰੂਪ ਇਸਤਰੀ ਦਾ ਜਿਹੜਾ ਚਿੱਤ ਹੈ ਪਾਣੀ ਦੀ ਤਰ੍ਹਾਂ ਹੈ, ਜੋ ਰਾਗ ਦਵੈਖ ਰੂਪੀ ਝੋਟੇ ਬੜੇ ਹੋਣ ਕਾਰਨ ਸਵੈ ਸਰੂਪ ਰੂਪੀ ਮੁਖੜਾ ਤੇ ਬ੍ਰਹਮ ਰੂਪੀ ਚੰਦਰਮਾ ਨਹੀਂ ਦਿਖਦਾ, ਭਾਵ ਚੇਤਨ ਦੇ ਚਿੰਤਨ ਕਰਨ ਵਿੱਚ ਟਿਕਦਾ ਨਹੀਂ ਹੈ। ਜਾਂ ਅਵਿਦਿਆ ਰੂਪ ਬੂਟੀ ਦੇ ਪੈਦਾ ਹੋਣ ਨਾਲ ਵੀ ਸਵੈ ਸਰੂਪ ਰੂਪੀ ਮੁਖੜਾ ਤੇ ਬ੍ਰਹਮ ਰੂਪੀ ਚੰਦਰਮਾ ਨਹੀਂ ਦਿਖਦਾ। ਜੇਕਰ ਰਾਗ ਦਵੈਖ ਰੂਪ ਝੋਟੇ ਬਾਹਰ ਕੱਢੇ ਜਾਣ ਤੇ ਅਵਿਦਿਆ ਰੂਪ ਬੂਟੀ ਵੀ ਬਾਹਰ ਕੱਢੀ ਜਾਏ ਤਾਂ ਸਵੈ ਸਰੂਪ ਰੂਪੀ ਮੁਖੜਾ ਤੇ ਬ੍ਰਹਮ ਰੂਪੀ ਚੰਦਰਮਾ ਇਹ ਦੇ ਸਕਦਾ ਹੈ। ਮੈਡਾ ਮਨ ਰਤਾ, ਜਿਹੜਾ ਮੇਰਾ ਮਨ ਹੈ, ਜਗਿਆਸੂ ਰੂਪ ਇਸਤਰੀ ਕਹਿੰਦੀ ਹੈ ਕਿ ਮੇਰਾ ਚਿੱਤ ਆਪਣੇ ਪਤੀ ਪਰਮੇਸ਼ਰ ਦੇ ਨਾਲ ਇਹਦੇ ਨਾਲ ਰੰਗਿਆ ਹੋਇਆ ਹੈ। ਆਪਣੜੇ ਪਿਰ ਨਾਲ, ਆਪਣੇ ਪਤੀ ਪਰਮੇਸ਼ਰ ਦੇ ਨਾਲ ਮੇਰਾ ਚਿੱਤ ਰੰਗਿਆ ਹੋਇਆ ਹੈ। ਆਓ ਕੋਲ ਕਮਾਈ ਖੰਨੀਆਂ ਕੀਤੀ, ਮੈਂ ਆਪਣੇ ਪਤੀ ਪਰਮੇਸ਼ਰ ਤੋਂ ਮਨ ਕਰਕੇ ਘੋਲ ਬਲਿਹਾਰ ਤਨ ਕਰਕੇ ਕਮਾਈ ਵਾਰਨੀ ਜਾਂਦੀ ਹੈ
ਅਤੇ ਆਪਣੀ ਜ਼ਿੰਦਗੀ ਵੀ ਉਸ ਤੋਂ ਟੁਕੜੇ ਟੁਕੜੇ ਜਾਂ ਕੁਰਬਾਨ ਕੀਤੀ ਹੋਈ ਹੈ। ਮੈਂ ਤਾਂ ਉਸ ਅੱਗੇ ਇਹੀ ਬੇਨਤੀ ਕਰਦੀ ਰਹਿੰਦੀ ਹਾਂ ਕਿ ਇੱਕ ਭੋਰੀ ਨਦਰ ਨਿਹਾਲ। ਹੇ ਪਤੀ ਪਰਮੇਸ਼ਰ, ਤੂੰ ਮੇਰੇ ਵੱਲ ਇੱਕ ਰੰਚਕ ਭੋਰਾ ਕਮਾਤਰ ਰਤਾ ਮਾਤਰ ਵੀ ਕਿਰਪਾ ਦ੍ਰਿਸ਼ਟੀ ਕਰਕੇ ਤੱਕਣਾ ਕਰ। ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਵਿਦਾਰਿਓ। ਤੇਰੀ ਤੱਕਣੀ ਮੇਰੇ ਦੁੱਖਾਂ ਨੂੰ ਦੂਰ ਕਰ ਦੇਵੇਗੀ। ਥੋੜ੍ਹਾ ਜਿਹਾ ਮੇਰੇ ਵੱਲ ਵੇਖਦਾ ਸਹੀ, ਕਿਰਪਾ ਦ੍ਰਿਸ਼ਟੀ ਕਰਕੇ ਮੈਨੂੰ ਨਿਹਾਲ ਕਰ ਦੇ। ਬਹੁਤਾ ਨਹੀਂ, ਥੋੜ੍ਹੀ ਕਿਰਪਾ ਕਰ ਦੇ, ਦੁੱਖਾਂ ਤੋਂ ਰਹਿਤ ਕਰ ਦੇ। ਜਾਂ ਭੋਰੀ ਨਾਮ ਹੈ ਭੋਲੀ ਦਾ, ਮੇਰੀ ਇੱਕ ਭੋਲੀ ਬਿਰਤੀ 'ਤੇ ਕਿਰਪਾ ਕਰਕੇ ਨਿਹਾਲ ਕਰ। ਜਾਂ ਹੇ ਪਰਮਾਤਮਾ, ਇੱਕ ਭੋਰੀ ਨਦਰ ਨਿਹਾਲ। ਮੇਰੇ ਤੇ ਇੱਕ ਗਿਆਨ ਭੋਰੀ ਪ੍ਰਕਾਸ਼ ਵਾਲੀ ਨਦਰ ਕਰ, ਜਿਸ ਕਰਕੇ ਮੈਂ ਤੇਰੇ ਸਰੂਪ ਨੂੰ ਨਿਹਾਲ ਵੇਖਣਾ ਕਰਾਂ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਪਈੜੈ ਦੁਹਾਗਣੀ। ਜਿਹੜੀ ਇਸਤਰੀ ਪੇਕੇ ਘਰ ਦੇ ਵਿੱਚ ਹੀ ਛੁੱਟੜ ਹੈ, ਪਤੀ ਦੀ ਸੇਵਾ ਕਰਨ ਦੀ ਜਾਚ ਹੀ ਨਹੀਂ ਸਿੱਖੀ, ਪਾਤਵਰਤਾ ਧਰਮ 'ਚ ਪਰਪੱਕ ਨਹੀਂ ਹੋਈ, ਰਸੋਈ ਆਦਿਕ ਬਣਾਉਣ ਦਾ ਕੋਈ ਗੁਣ ਨਹੀਂ ਸਿੱਖਦੀ। ਇਸਤਰੀ ਤਾਂ ਇਸਤਰੀ ਹੋਈ ਰਹਿੰਦੀ ਹੈ, ਭਾਵੇਂ ਆਫਿਸਰ ਲੱਗ ਜਾਏ, ਰੋਟੀ ਤਾਂ ਪਕਾਉਣੀ ਪਊਗੀ, ਸਬਜ਼ੀ ਤਾਂ ਬਣਾਉਣੀ ਪਊਗੀ। ਜੇ ਬੰਦਾ ਕਹੇ ਵੀ ਮੈਂ ਤਾਂ ਅਫਸਰ ਹਾਂ ਜੀ, ਇਹ ਗੁਣ ਦਾ ਇੱਕ ਸ਼ਿੰਗਾਰ ਗੁਣ ਹੁੰਦਾ ਹੈ ਬੀਬੀਆਂ ਦਾ, ਇਹ ਤਾਂ ਸਿੱਖਣਾ ਹੀ ਪਊਗਾ। ਅਤੇ ਜੇ ਕਿਸੇ ਨੇ ਆਖਿਆ ਅਤੇ ਕਹਿਣਾ ਜੀ ਮੈਨੂੰ ਤਾਂ ਜਾਚ ਨਹੀਂ, ਤੋ ਇਸ ਤਰ੍ਹਾਂ ਸਾਹੁਰੜੈ ਕਿਉਂ ਜਾਓ। ਉਹ ਦੱਸੋ ਸਹੁਰੇ ਘਰ ਵਿੱਚ ਜਿਹਨੂੰ ਰੋਟੀ ਪਕਾਉਣੀ ਹੀ ਨਹੀਂ ਆਉਂਦੀ ਕਿਵੇਂ ਸੁਖਪੂਰਵਕ ਜਾ ਸਕਦੀ ਹੈ? ਭਾਵ ਸਹੁਰੇ ਘਰ ਵਿੱਚ ਜਾ ਕੇ ਕਿਵੇਂ ਸੁੱਖ ਦਾ ਜੀਵਨ ਬਤੀਤ ਕਰੇਗੀ? ਅਰਥਾਤ ਨਹੀਂ ਕਰ ਸਕਦੀ। ਕੰਪਿਊਟਰ ਚਲਾਉਣ ਨਾਲ ਪੈਸੇ ਤਾਂ ਮਿਲ ਸਕਦੇ ਨੇ, ਵੀ ਰੋਟੀ ਤਾਂ ਆਪ ਹੀ ਪਕਾ ਕੇ ਖਾਣੀ ਪਊਗੀ। ਉਹ ਤਾਂ ਕੰਪਿਊਟਰ ਨੇ ਅੱਜ ਤੱਕ ਕੋਈ ਬਣਿਆ ਨਹੀਂ ਵੀ ਜਿਹੜਾ ਰੋਟੀ ਪਕਾ ਦੇਵੇ। ਤੋ ਇਸ ਲਈ ਮਹਾਰਾਜ ਇਹ ਦ੍ਰਿਸ਼ਟਾਂਤ ਦਿੰਦੇ ਨੇ ਕਿ ਸਾਡਾ ਘਰ ਸੁਖਮਈ ਜੀਵਨ ਵਾਲਾ ਹੋਵੇ, ਆਪ ਵੀ ਗਰਮ ਗਰਮ ਖਾਏ, ਆਪਦੇ ਘਰ ਵਾਲੇ ਨੂੰ ਵੀ ਛਕਾਏ, ਕਮ ਸੇ ਕਮ ਇੰਨੀ ਕੁ ਮਿਹਨਤਾਂ ਕਰੇ ਅਤੇ ਤਾਂ ਹੀ ਸੁਖਪੂਰਵਕ ਜ਼ਿੰਦਗੀ ਲੰਘ ਸਕਦੀ ਹੈ। ਬਾਕੀ ਤਾਂ ਬਾਅਦ ਦੀਆਂ ਗੱਲਾਂ ਨੇ, ਪਹਿਲੀ ਗੱਲ ਤਾਂ ਖਾਣ ਪੀਣ ਦੀ ਹੋਈ ਹੈ। ਤੋ ਇਸੇ ਪ੍ਰਕਾਰ ਪਈੜੈ ਦੁਹਾਗਣੀ। ਇਹ ਜੀਵ ਰੂਪ ਇਸਤਰੀ ਹੈ, ਇਸ ਲੋਕ ਰੂਪ ਪੇਕੇ ਘਰ 'ਚ ਹੀ ਛੁੱਟੜ ਹੋ ਗਈ ਹੈ। ਸਭ ਤੋਂ ਪਹਿਲਾਂ ਜਦ ਮੈਂ ਮਹਿਤੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਭਰਤੀ ਹੋਇਆ, ਹੁਣ ਬੰਦੇ ਨੇ ਇੰਜੀਨੀਅਰਿੰਗ ਕੀਤੀ ਹੋਈ ਹੈ, ਫਸਟ ਡਿਵੀਜ਼ਨ 'ਚ ਪਾਸ ਹੈ, ਮਤਲਬ JEE ਦੀ ਨੌਕਰੀ ਵਾਸਤੇ ਬਿਲਕੁਲ ਤਿਆਰੀ ਹੈ। ਅਤੇ ਮਹਾਂਪੁਰਖਾਂ ਨੂੰ ਬੇਨਤੀ ਕੀਤੀ, ਕਢਾਈ ਵਾਲਾ ਪਜਾਮਾ ਕੁੜਤਾ, ਆਪਾਂ ਤਾਂ ਪੜ੍ਹਨਾ ਹੀ ਹੈ ਜੀ, ਗੁਰਬਾਣੀ ਪਾਠ ਵੀ 100 ਵਾਂਗ ਸਪੀਡ ਸੀਗੀ, ਕਿਸੇ ਨੂੰ ਘੱਟ ਨਹੀਂ ਸੀਗੇ, ਕੀਰਤਨ ਵੀ ਬੋਲ ਵੀ ਲਈਦਾ ਸੀ। ਅਤੇ ਮਹਾਂਪੁਰਖਾਂ ਨੂੰ ਆਖਿਆ, ਜਿਹਨੇ ਸਿਫਾਰਿਸ਼ ਪਾਈ ਵੀ ਆ ਭੁਜੰਗੀ ਹੈ ਜੀ, ਅਤੇ ਉਹ ਜਿਹੜੇ ਪ੍ਰਸ਼ਾਦਿਆਂ ਵਾਲੇ ਜਥੇਦਾਰ ਸੀ ਉਹਨਾਂ ਹੀ ਸਿਫਾਰਿਸ਼ ਪਾਈ। ਬਾਬਾ ਜੀ ਕਹਿੰਦੇ ਭੁਜੰਗੀ ਨੂੰ ਲੋਹ 'ਤੇ ਲੈ ਜਾ। ਮੈਂ ਵੇਖਾਂ ਤਾਂ ਠਾਂ, ਕਹਿੰਦੇ ਲੋਹ 'ਤੇ ਲੈ ਜਾ। ਇਹਨਾਂ ਕਹਿ ਕੇ ਬੱਸੇ ਚੜ੍ਹ ਕੇ ਕਿਤੇ ਪ੍ਰੋਗਰਾਮ ਜਾਣਾ ਸੀ। ਮੈਂ ਕਿਹਾ ਵੀ ਚੰਗੇ ਬਾਬਾ ਜੀ, ਮੈਂ ਤਾਂ ਪੜ੍ਹਨਾ ਆ। ਇਹ ਨਹੀਂ ਆਖਿਆ ਵੀ ਗੁਟਕਾ ਦਿਓ, ਕੋਈ ਪੋਥੀ ਦਿਓ, ਕੋਈ ਕਥਾ ਸਿਖਾਓ, ਕੋਈ ਕੀਰਤਨ ਸਿਖਾਓ, ਲੋਹ 'ਤੇ ਲੈ ਜਾ। ਮਤਲਬ ਜਿਸ ਬੰਦੇ ਨੂੰ ਰੋਟੀ ਪਕਾਉਣੀ ਨਹੀਂ ਆਉਂਦੀ, ਦੱਸੋ ਕੀ ਕਰੂਗਾ? ਅੜਿਆ ਫਸਿਆ। ਸੋ ਜਥੇ ਦਾ ਨਿਯਮ ਹੈ ਵੀ ਪਹਿਲਾਂ ਪ੍ਰਸ਼ਾਦੇ ਪਕਾਉਂਦੇ ਨੇ, ਅਤੇ ਪਕਾਉਣ ਦੀ ਜਾਚ, ਬਣਾਉਣ ਦੀ ਜਾਚ, ਫਿਰ ਕਸ਼ਹਿਰਾ ਸੀਣਾ ਦੱਖਦੇ ਨੇ, ਤਰਨਾ ਸਿਖਾਉਂਦੇ ਨੇ। ਅਤੇ ਇਸ ਵਾਸਤੇ ਇਹ ਮੁੱਢਲੀਆਂ ਲੋੜਾਂ ਨੇ ਸਾਡੀ ਜ਼ਿੰਦਗੀ ਦੀਆਂ। ਅਤੇ ਪੜ੍ਹਾਈ ਲਿਖਾਈ ਇਹ ਤਾਂ ਆਪਦੀ ਵੱਖਰੀ ਹੈ, ਅਤੇ ਪਰ ਜ਼ਿੰਦਗੀ ਜਿਉਣ ਵਾਸਤੇ ਕੁਝ ਨਾ ਕੁਝ ਗੁਣ ਤਾਂ ਇਨਸਾਨ ਵਿੱਚ ਹੋਣਾ ਚਾਹੀਦਾ। ਅਤੇ ਇਸ ਵਾਸਤੇ ਮਹਾਰਾਜ ਕਹਿੰਦੇ ਵੀ ਜੀਵ ਰੂਪ ਇਸਤਰੀ ਆਈ ਗੁਰਦੁਆਰੇ, ਲੋਹੇ 'ਤੇ ਰੋਟੀਆਂ ਪਕਾਈਆਂ ਹੀ ਨਹੀਂ, ਗੁਰਦੁਆਰੇ ਦੇ ਬਰਤਨ ਮਾਂਜੇ ਹੀ ਨਹੀਂ, ਅਤੇ ਦੱਸੋ ਆਉਣ ਦਾ ਲਾਭ ਕੀ ਹੈ?
अजकल साडा सुभाਅ रेडीमेड जो बन गया। गुरु घरां दे विच महाराज की किरपा, किसी चीज़ की कोई घाट नहीं है, तो किराए ते ही सब सेवावां हुंदियां ने। आप हुणे कोट पैंट पा के टाई टूई ला के जिस तरह पैलसां 'च जाईदा, इस तरह ही लोग वो डिस्पोजेबल प्लेटां दे कप कुप जे सुੱਟ के हो जाते। बंदा पूछे भी सफाई तुहाडा दादा आ के करूगा? मतलब प्रोग्राम जन्मदिन का मुंडे का तुसीं मनाया तो खलारा पा के चले गए गुरुद्वारे दे विच। ये कोई रेस्टोरेंट थोड़ो आ, घट्टो घट्ट झाड़ू फड़ो, सफाई तो करो भाई। ये गुरुद्वारा गुरु का घर है, असीं रेस्टोरेंट बना लिया। उस तरह ही बह रहे, उस तरह ही वरतों व्यवहार आई दा, साहब बन के खा पी के गांह जाईदा। इस तरह का नहीं महाराज ने सिखाया सी। सो बाहरलियां कंट्रियां 'च मैं वेखिया भी गुरमुख प्यारे खुद आप सब सेवावां निभाउंदे ने। सो माफ़ करना, पर करनी इहो जिहा है जो जीव रूप इस्त्री ਇਹ ਲੋਕ ਰੂਪੀ ਪੇਕੇ ਘਰ ਵਿੱਚ ਹੀ ਛੁੱਟੜ ਹੋ ਗਈ ਹੈ, ਪਰ ਗੁਰ ਉਪਦੇਸ਼ ਨੂੰ ਸੁਣ ਕੇ ਕਮਾਉਂਦੀ ਨਹੀਂ। ਔਰ ਪਰਲੋਕ ਰੂਪ ਸਹੁਰੇ ਘਰ ਦੇ ਵਿੱਚ ਦੱਸੋ ਕਿਵੇਂ ਜਾਏਗੀ? ਨਾ ਤਾਂ ਸੇਵਾ ਕੀਤੀ, ਨਾ ਕੋਈ ਸਿਮਰਨ ਕੀਤਾ। ਗੁਰੂ ਘਰ ਦਾ ਜਿਹੜਾ ਕੰਮ ਹੈ ਖੁਦ ਆਪ ਕਰਨਾ ਪੈਂਦਾ। ਜੇ ਪੈਸੇ ਦੇ ਕੇ ਕਰਾਵਾਂਗੇ ਉਹਦਾ ਫਲ ਸਾਨੂੰ ਨਹੀਂ ਮਿਲੇਗਾ। मतलब जोड़ा पाठ करना है, नितनेम करना, सेवा करनी खुद आप करांगे तो तां ही फल प्राप्त होएगा। वो सचखंड का सुख दसो किवें भोगांगे जे महाराज दे चरणों की शरधा ही नहीं है, अर्थात उन्होंने सचखंड का सुख प्राप्त नहीं होएगा। मैं हमेशा ही सोचता रहिंदा कि श्री गुरु अंगद देव जी दे नालों असीं वड्डे हाँ, ठीक ऑफिसर हाँ, पर गुरु अंगद देव जी नालों वड्डे तां नहीं। जिन्हें चक्कड़ दी पंड वो कमले थोड़ो जी सिर ते चुक्की रखी। दसो महाराज ने आख्या भी जा डंगरां नूं बहा दे। माता सुखली कहंदी गुरु साहब जी ये चक्कड़ कित्थे काम आऊगा, ये तो नदीन है, ये उत्थे सटा देंदे। किन्ना भला पुरुष है, सोहने कपड़े दे लिबड़ गए। गुरु साहब कहंदे नहीं सुलखणी ये अतर फलेल दी ते सुगंधी दे छट्टे ने, ये संसार की पंड असां ने चुकाई है। वेख्या भी चुक सकता कि नहीं। जिन्ने मर्जी वड्डे हाँ, श्री गुरु अमरदास जी तो वड्डे तो नहीं, जिन्हें सिर ते पानी दियां गागरां ढो ढो मर 12 साल। वेखो आपदा पैरों दियां अड्डियां भी फट गई, शरीर पोला हो गया, शरीर भी गुरु लेखे लाता। गुरुआं ने सेवा की है। धन गुरु रामदास वेखो टोकरी ढोंदे रहे कि गुरु अमरदास दे कोल पैसे की घाट सीगी, वो भी मजदूर लवा के काम करा सकते सीगे। पर गुरु घर दे विच कार सेवा अते हथी सेवा प्रधान है, जिस दे नाल मन निमरता चाहुंदा। साडे पाप कौन धोऊगा जे आपां सेवा नहीं करांगे। तो इसलिए पापां नूं धोण लई, पुन्नां दी प्राप्ति लई सेवा सिमरन लाजमी है। जिहदी बिरती संसाराकार रूप पेके घर छुट्टो हो रही है, ਉਹਦੀ ਬਿਰਤੀ ਬ੍ਰਹਮਾਕਾਰ रूप ਜਾਂ आत्माकार ਬਿਰਤੀ रूप ਸਹੁਰੇ ਘਰ 'ਚ ਕਿਵੇਂ ਅੰਤਰਮੁਖ ਹੋਏਗੀ? ਜਾਂ ਸਹੁਰੇ ਘਰ ਪਰ ਲੋਕਾਂ ਤੋਂ ਪਰੇ ਜੋ ਹਰੀ ਹੈ ਉਹਦੇ ਵਿੱਚ ਕਿੰਜ ਜਾ ਸਕਦੀ ਹੈ? नहीं जा सकती है। मैं गल औगण मुठड़ी, मेरे अंतःकरण रूपी गल दे विच औगणा दा भार है, इसे औगणा करके मैं लुटी गई हाँ, या काम आदि चोरां दी कुसंगत करके लुटी गई हाँ। बिन पैरा चूर मराओ, अते मेरा पति परमेश्वर की प्राप्ति तो बिना चुर चुर के दुखी होके मरना हो रहा है। पेयड़ पिर सम्मला, जिहड़ी पतवरता धर्म वाली इस्त्री है वो पेके घर विच रहिंदी हर वक्त आपदे पति नूं, मतलब जीव रूप इस्त्री परमेश्वर नूं याद करती रहिंदी है। प्रतख इस्त्री भी आपदे पेके घर विच रह के भी पति नूं परमेश्वर रूप जान के याद करती है। साहुरड़ कारवास, उसे दा फिर सहुरे घर विच भी सुख दे नाल वसना हुंदा है। इसे प्रकार पेयड़ पिर सम्मला, पेका घर किहड़ा ऐ लोक
ਇਸ ਲੋਕ ਰੂਪੀ ਪੇਕੇ ਘਰ 'ਚ ਰਹਿੰਦੀ ਜੀਵ ਰੂਪ ਇਸਤਰੀ ਜੋ ਹੈ ਹਰ ਵਕਤ ਪਤੀ ਪਰਮੇਸ਼ਰ ਨੂੰ ਯਾਦ ਕਰਦੀ ਹੈ। ਸਾਹੁਰੜੈ ਘਰ ਵਾਸ, ਫਿਰ ਉਸ ਦਾ ਪਰਲੋਕ ਰੂਪ ਸਹੁਰੇ ਘਰ ਜਾਂ ਸੱਚਖੰਡ ਰੂਪ ਸਹੁਰੇ ਘਰ ਵਿੱਚ ਸੁੱਖ ਨਾਲ ਵਾਸਾ ਹੁੰਦਾ ਹੈ। ਜਿਹਦੀ ਪੇਕੇ ਘਰ ਦੀ ਤਰ੍ਹਾਂ ਸੰਸਾਰਾ ਘਰ ਬਿਰਤੀ ਵੀ ਪਤੀ ਪਰਮੇਸ਼ਰ ਨੂੰ ਯਾਦ ਕਰਦੀ ਰਹਿੰਦੀ ਹੈ। ਉਹਦੀ ਬਿਰਤੀ ਦਾ ਬ੍ਰਹਮੰਕਾਰ ਰੂਪ ਤੁਰਿਆ ਪਦ ਰੂਪ ਸਹੁਰੇ ਘਰ ਵਿੱਚ ਵਾਸਾ ਹੁੰਦਾ ਹੈ। ਸੁਖ ਸਵੰਦ ਸੁਹਾਗਣੀ, ਉਸ ਸੁਹਾਗਵੰਤੀ ਦਾ ਆਨੰਦ ਸਰੂਪ ਦੇ ਨਾਲ ਸੰਬੰਧ ਮਿਲਾਪ ਹੋ ਜਾਂਦਾ ਜਾਂ ਉਹਦਾ ਆਨੰਦ ਸਰੂਪ ਦੇ ਪ੍ਰਾਪਤੀ ਵਾਲਾ ਨਿਰਵਿਕਲਪ ਸੰਬੰਧੀ ਵਿੱਚ ਸੋਣਾ ਹੁੰਦਾ ਹੈ। ਫਿਰ ਪਾਇਆ ਗੁਣ ਤਾਸ, ਜਿਸ ਨੇ ਗੁਣਾਂ ਦੇ ਖਜ਼ਾਨੇ ਪਤੀ ਪਰਮੇਸ਼ਰ ਨੂੰ ਪਾ ਲਿਆ ਹੈ। ਲੇਪਨ ਹਾਲੇ ਪਟਕੀ, ਭਾਵੇਂ ਜੀਵ ਰੂਪ ਇਸਤਰੀ ਉੱਪਰ ਰਹਿਣ ਲਈ ਪਟ ਰੇਸ਼ਮ ਦੀ ਲੇਫ ਰਜਾਈ ਤੇ ਹੇਠਾਂ ਵਿਛਾਉਣ ਵਾਸਤੇ ਨਿਹਾਲੇ ਤੁਲਾਈ ਬਣਾ ਲੈਣਾ ਕਰੇ। ਕਾਪੜ ਅੰਗ ਬਣਾਏ, ਅਤੇ ਸਰੀਰ ਦੀ ਅੰਗਾਂ ਨੂੰ ਢੱਕਣ ਲਈ ਚੰਗੇ ਚੰਗੇ ਰੇਸ਼ਮੀ ਕੱਪੜੇ ਵੀ ਪਹਿਨ ਲਵੇ। ਇਸੇ ਪ੍ਰਕਾਰ ਫਨ ਹਾਲੇ ਪਟਕੀ, ਜਿਸ ਜਗਿਆਸੁ ਰੂਪ ਇਸਤਰੀ ਦੇ ਕੋਲ ਖਿਮਾ ਰੂਪ ਰਜਾਈ ਹੈ, ਪ੍ਰੇਮ ਰੂਪ ਰੇਸ਼ਮ ਨਾਲ ਭਗਤੀ ਰੂਪ ਤੁਲਾਈ ਬਣਾਉਣਾ ਕੀਤੀ ਹੈ ਅਤੇ ਆਪਣੇ ਅੰਗ ਹਿਰਦੇ ਵਿੱਚ ਵੈਰਾਗ ਵਿਵੇਕ ਆਦਿਕ ਸਾਧਨਾ ਰੂਪ ਦਾ ਕੱਪੜਾ ਬਣਾਇਆ, ਭਾਵ ਕੱਪੜੇ ਪਹਿਨੇ ਹੋਏ ਨੇ, ਉਹ ਜਗਿਆਸੂ ਰੂਪ ਇਸਤਰੀ ਕਾਪੜ ਅੰਗ ਬਣਾਏ। ਸੋ ਆਪਣੇ ਅੰਗਾਂ ਦੇ ਪਹਿਨਣ ਲਈ ਵੈਰਾਗ ਵਿਵੇਕ ਰੂਪ ਕੱਪੜੇ ਪਾਉਂਦੀ ਹੈ। ਉਹ ਪਰਮੇਸ਼ਰ ਪਤੀ ਨੂੰ ਪਾਉਂਦੀ ਹੈ। ਉਹ ਪਤੀ ਪਰਮੇਸ਼ਰ ਦੇ ਆਨੰਦ ਸਰੂਪ ਦੀ ਪ੍ਰਾਪਤੀ ਵਿੱਚ ਜੁੜੀ ਹੋਈ ਹੈ। ਫਿਰ ਮੁੱਤੀ ਦੁਹਾਗਣੀ, ਪਰੰਤੂ ਜੋ ਜੀਵ ਰੂਪ ਦੁਹਾਗਣ ਇਸਤਰੀ ਪਤੀ ਪਰਮੇਸ਼ਰ ਨੇ ਛੁੱਟੜ ਕੀਤੀ ਹੋਈ ਹੈ, ਜਾਂ ਜੋ ਦੁਹਾਗਣ ਇਸਤਰੀ ਛੁੱਟੜ ਜਾਣ ਕੇ ਪਤੀ ਪਰਮੇਸ਼ਰ ਨੇ ਮੁੱਤੀ ਛੱਡੀ ਹੋਈ ਹੈ, ਤਨ ਦੁਖੀ ਰਹਿਣ ਵਿਹਾਏ। ਉਹਦੀ ਪ੍ਰਤੱਖ ਅਵਸਥਾ ਰੂਪ ਜਿਹੜੀ ਰਾਤ ਹੈ ਦੁਖੀ ਹੋਈ ਦੀ ਬਤੀਤ ਹੁੰਦੀ ਹੈ। ਇਸੇ ਪ੍ਰਕਾਰ ਫਿਰ ਮੁੱਤੀ ਦੁਹਾਗਣੀ, ਜੋ ਜੀਵ ਰੂਪ ਇਸਤਰੀ ਪੁਰੋਂ ਦਿਖਾਵੇ ਮਾਤਰ ਰੇਸ਼ਮ ਦੀ ਤੁਲਾਈ ਵਤ ਗਿਆਨ ਦੀਆਂ ਗੱਲਾਂ ਵੀ ਕਰੇ, ਭਗਤੀ ਦੀ ਤੁਲਾਈ ਦੀਆਂ ਗੱਲਾਂ ਵੀ ਕਰੇ ਤੇ ਪ੍ਰੇਮ ਰੂਪ ਕੱਪੜੇ ਅੰਗਾਂ ਦੇ ਵਿੱਚ ਬਣਾਏ ਪਹਿਨੇ ਹੋਣ, ਭਾਵ ਲੋਕਾਂ ਨੂੰ ਪ੍ਰੇਮ ਖਾਉਣ ਦੀਆਂ ਗੱਲਾਂ ਵੀ ਕਰੇ, ਪਰ ਜੋ ਦੁਹਾਗਣ ਵਿਕਾਰਾਂ ਦੇ ਵਿੱਚ ਲੱਗੀ ਹੋਈ ਜਾਣ ਕੇ, ਭਾਵ ਛੁੱਟੜ ਜਾਣ ਕੇ ਪਤੀ ਪਰਮੇਸ਼ਰ ਨੇ ਮੁੱਤੀ ਛੱਡ ਦਿੱਤੀ ਹੈ। ਤਨ ਦੁਖੀ ਰਹਿਣ ਵਿਹਾਏ, ਉਹਦੀ ਪ੍ਰਤੱਖ ਜਾਂ ਅਵਸਥਾ ਰੂਪ ਰਾਤ ਦੁੱਖਾਂ ਵਿੱਚ ਹੀ ਬਤੀਤ ਹੁੰਦੀ ਹੈ, ਜਾਂ ਅਵਿਦਿਆ ਰੂਪ ਰਾਤਰੀ ਦੇ ਦੁੱਖ ਵਿੱਚ ਹੀ ਬਤੀਤ ਹੁੰਦੀ ਹੈ। ਕੀਤੀ ਚੱਖੋਂ ਸਾਟੜੇ, ਛੁੱਟੜ ਇਸਤਰੀ ਭਾਵੇਂ ਕਿਤਨੇ ਹੀ ਸਵਾਦਾਂ ਨੂੰ ਚੱਖ ਲਏ, ਭਾਵੇਂ ਕਿਤਨੇ ਹੀ ਤਨ ਦੇ ਲਿਬਾਸ ਬਣਾ ਲੈਣਾ ਕਰੇ, ਕੀਤੀ ਵੇਸ ਕਰਿਓ, ਕਿੰਨੇ ਮਰਜੀ ਸੋਹਣੇ ਸੋਹਣੇ ਕੱਪੜੇ ਪਾ ਲਵੇ, ਫਿਰ ਬਿਨ ਜੋ ਬਨ ਬਾਦ ਗਇਮ, ਪਰ ਉਹਦੀ ਪਤੀ ਦੀ ਸੇਵਾ ਤੋਂ ਬਿਨਾਂ ਜਵਾਨ ਅਵਸਥਾ ਖੋਟੇ ਪੁਰਖਾਂ ਦੇ ਕੁਸੰਗਤ ਚ ਪੈ ਕੇ ਵਿਅਰਥ ਹੀ ਚਲੀ ਜਾਂਦੀ ਹੈ। ਵਾਡੀ ਚੂਰਿੰਦੀ ਚੂਰਿਓ, ਅਤੇ ਪਤੀ ਪਿਆਰ ਤੋਂ ਵਿਛੜੀ ਹੋਈ ਝੋਰੀਆਂ ਕਰਕੇ ਝੋਰਦੀ ਹੋਈ ਰਹਿੰਦੀ ਹੈ, ਜਾਂ ਹੋਰਨਾਂ ਦੇ ਗੁਣਾਂ ਤੇ ਵਡਿਆਈ ਨੂੰ ਵੇਖ ਕੇ ਝੋਰੀਆਂ ਵਿੱਚ ਹੀ ਝੂਰਦੀ। ਪਛਤਾਵੇ ਦੀ ਚਿੰਤਾ ਦਾ ਨਾਮ ਝੂਰਨਾ ਹੈ। ਕੀਤੀ ਚੱਖੋ ਸਾਟੜੇ, ਛੁੱਟੜ ਜੀਵ ਰੂਪ ਇਸਤਰੀ ਭਾਵੇਂ ਕਿੰਨੇ ਹੀ ਸ਼ਬਦ ਸਪਰਸ਼ ਰੂਪ ਰਸ ਗੰਧ ਆਦਿਕ ਵਿਸ਼ਿਆਂ ਦੇ ਸਵਾਦ ਚੱਖ ਲਵੇ, ਕੀਤੀ ਵੇਸ ਕਰਿਓ, ਭਾਵੇਂ ਕਿੰਨੇ ਹੀ ਤਨ ਉਤੇ ਤਰ੍ਹਾਂ ਤਰ੍ਹਾਂ ਦੇ ਲਿਬਾਸ ਭੇਖ ਬਣਾ ਲੈਣਾ ਕਰੇ, ਦੇਹਾਂ ਧਾਰਨ ਰੂਪ ਸਾਧਨਾ ਰੂਪੀ ਭੇਖਾਂ ਨੂੰ ਕਰ ਲਵੇ, ਫਿਰ ਬਿਨਾ ਜੋ ਬਨ ਬਾਦ ਗਇਮ, ਪਰੰਤੂ ਗੁਰਾਂ ਦੁਆਰਾ ਪਤੀ ਪਰਮੇਸ਼ਰ ਦੀ ਪ੍ਰਾਪਤੀ ਤੋਂ ਬਿਨਾਂ
प्रतख जोबन या शौक अवस्था रूप जोबन व्यर्थ ही चला गया है। इसे करके जीव रूप स्त्री वाढी चूरे दे चूरेओ परमेश्वर तो विछड़ के झूरदी ही रहिंदी है। इस करके इस लोक दे विच भी झूरदी है ते पितर लोक देवलोक आदि दे आदर नूं वेख के भी झूरदी है, या हर वक्त झोरियां विच झूरदी रहिंदी है। सच्चे संदा सदड़ा फिर जद जग्यासु रूप स्त्री ने महात्मा रूप सखी नूं कहा कि मैनूं उपदेश दिओ, तदों महात्मा रूप सखी कहन लगी कि जो सच्चे सदा रहन वाले अकाल पुरख संदा अकाल पुरख दा प्रेम भरिया सदड़ा तेरा सदड़ा सुनी जय भाई। सदा सुनेहा है, सुनेहा केड़ा? श्री गुरु ग्रंथ साहिब जी का बाणी रूप जस है। उन्होंने गुरु साहिब जी के उपदेश की विचार द्वारा सुनिए गुर विचार गुरां दी विचार द्वारा कथा दे द्वारा सुनना करे। सच्चे सच्चा बहना जो सच्चे परमेश्वर दा संचा अंतर्मुखता या स्वरूप सत्संगत रूपी बहना सिंहासन है। नदरी नदर प्यार सो ओदा ਜਿਹੜਾ सच्चा सिंहासन है जिस ते नदरी परमेश्वर दी गुरां द्वारा कृपा दृष्टि हुई है, ਉਹਦਾ सच्चे सिंहासन की प्राप्ति दे विच प्रेम लगता है। इसे प्रकार सच्चे सच्चा बहना जो नदरी परमेश्वर की कृपा द्वारा नदरी नदर प्यार वाहिगुरु की नदरी द्वारा प्यारी हो जाती है, ਜਾਂ ਜਿਸ ਦੇ ਨਦਰੀ ਸਤਿਗੁਰਾਂ ਦੀ ਗਿਆਨ ਦ੍ਰਿਸ਼ਟੀ ਦੁਆਰਾ ਦਿਵ ਦ੍ਰਿਸ਼ਟੀ ਜਾਗੀ ਹੈ, ਉਹ ਪਿਆਰੀ ਰੂਹ ਵਾਲੀ ਹੋ ਜਾਂਦੀ ਹੈ ਅਤੇ ਉਸ ਨੂੰ ਸੱਚੇ ਸਰੂਪ ਦੇ ਵਿੱਚ ਸੱਚਾ ਬੈਠਣਾ ਜਾਂ ਸੱਚੇ ਅਧਿਸ਼ਠਾਨ ਸਰੂਪ ਦੀ ਪ੍ਰਾਪਤੀ ਨੂੰ ਬੈਠਣਾ ਭਾਵ ਸਥਿਤ ਹੋਣ ਰੂਪ ਸਿੰਘਾਸਨ ਮਿਲ ਜਾਂਦਾ ਹੈ। ਗਿਆਨੀ ਅੰਜਨ ਸੱਚ ਕਾ ਗਿਆਨਵਾਨ ਦੇ ਮਨਬੁੱਧ ਰੂਪ ਨੇਤਰਾਂ 'ਚ ਜੁਗਤੀ ਰੂਪ ਸਲਾਈਆਂ ਦੁਆਰਾ ਸੱਚ ਦੀ ਪ੍ਰਾਪਤੀ ਦਾ ਗਿਆਨ ਰੂਪ ਸੁਰਮਾ ਪਾਇਆ ਹੁੰਦਾ ਹੈ। ਦੇਖੈ ਦੇਖਣ ਹਾਰ ਅਤੇ ਗਿਆਨਵਾਨ ਵੇਖਣ ਵਾਲਾ ਹੋ ਕੇ ਗੁਰਾਂ ਦੁਆਰਾ ਹਰੀ ਪਰਮੇਸ਼ਰ ਨੂੰ ਦੇਖ ਲੈਣਾ ਕਰਦਾ। ਸਾਰਿਆਂ ਨੂੰ ਵੇਖਣ ਵਾਲੇ ਦ੍ਰਿਸ਼ਟਾ ਰੂਪ ਪਰਮੇਸ਼ਰ ਨੂੰ ਵੇਖ ਲੈਂਦਾ ਹੈ। ਗੁਰਮੁਖਾਂ ਬੂਝੈ ਜਾਣੀਐ ਜੇ ਕਰ ਹਉਮੈ ਗਰਭ ਨਿਵਾਰ ਦੇਹ ਦੀ ਹਉਮੈ ਗੁਣਾ ਸਾਧਨਾ ਦਾ ਹੰਕਾਰ ਨਿਵਰਤ ਕਰ ਦਈਏ ਤੇ ਮੁਖੀ ਗੁਰਾਂ ਦੇ ਉਪਦੇਸ਼ ਨੂੰ ਸਮਝਣਾ ਕਰੀਏ ਤਾਂ ਫਿਰ ਸਰੂਪ ਦੀ ਸਖਿਆਤਤਾ ਨੂੰ ਜਾਣੀਦਾ ਹੈ। ਜਾਂ ਇਸੇ ਪ੍ਰਕਾਰ ਗੁਰਮੁਖਾਂ ਬੂਝੈ ਜਾਣੀਐ ਹਉਮੈ ਗਰਭ ਨਿਵਾਰ ਮੁਖੀ ਗੁਰਾਂ ਗੁਰਮੁਖਾਂ ਤੋਂ ਪ੍ਰਭੂ ਪ੍ਰਾਪਤੀ ਵਾਲਾ ਉਪਦੇਸ਼ ਪੁੱਛ ਸਮਝ ਕੇ ਫਿਰ ਸ਼ਰਵਣ ਮੰਨਣ ਦੀ ਆਸਨ ਕਰੀਏ ਤਾਂ ਸਰੂਪ ਦੀ ਸਖਿਆਤਤਾ ਨੂੰ ਜਾਣੀਦਾ ਅਤੇ ਅੰਦਰੋਂ ਦੇਹ ਦੀ ਹੰਗਤਾ ਤੇ ਗੁਣਾਂ ਦਾ ਹੰਕਾਰ ਨਿਵਰਤ ਹੋ ਜਾਂਦਾ ਹੈ। ਤਉ ਭਾਵਨ ਤਉ ਜੇਹੀਆ ਇਹ ਪਰਮੇਸ਼ਰ ਜੋ ਸ਼ਰਧਾ ਵਾਲੀਆਂ ਮਹਾਤਮਾ ਨੂੰ ਸਖੀਆਂ ਤੈਨੂੰ ਭਾ ਜਾਂਦੀਆਂ ਨੇ, ਜੋ ਤੇਰੇ ਤੇ ਪ੍ਰੇਮ ਦੇ ਨਾਲ ਭਾਵਨਾ ਸ਼ਰਧਾ ਕਰਦੀਆਂ ਉਹ ਤੇਰੇ ਜੈਸੀਆਂ ਹੀ ਹੋ ਜਾਂਦੀਆਂ ਨੇ। ਮੋਹ ਜੇਹੀਆ ਕੀਤੀਆਂ ਮੇਰੇ ਜੈਸੀਆਂ ਗੁਰੂ ਉਪਦੇਸ਼ ਤੋਂ ਬਿਨਾਂ ਸ੍ਰਿਸ਼ਟੀ ਵਿੱਚ ਕਿਤਨੀਆਂ ਹੀ ਤੁਰੀਆਂ ਫਿਰਦੀਆਂ ਨੇ। ਫਿਰ ਮਹਾਤਮਾ ਰੂਪ ਸਖੀਆਂ ਕਹਿੰਦੀਆਂ ਹਨ ਨਾਨਕ ਨਾਹੋ ਨ ਵਿਛੜੈ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਹੈ ਜਗਿਆਸੂ ਰੂਪ ਸਖੀ ਜਿਹੜੀਆਂ ਤੈਨ ਸੱਚੈ ਰਤੜੀਆ ਇਸ ਸੱਚੇ ਸਦਾ ਰਹਿਣ ਵਾਲੇ ਪਤੀ ਪਰਮੇਸ਼ਰ ਦੇ ਨਾਮ ਰੰਗ ਦੇ ਵਿੱਚ ਰੰਗੀਆਂ ਹੋਈਆਂ ਨੇ, ਉਹਨਾਂ ਦੇ ਨਾਲੋਂ ਨਾ ਹੋ ਪਤੀ ਪਰਮੇਸ਼ਰ ਕਦੇ ਵੀ ਵਿਛੜਦਾ ਨਹੀਂ ਹੈ। ਸਖੀ ਵਸ ਆਇਆ ਫਿਰ ਛੋੜ ਨਾ ਜਾਈ, ਇਹ ਰੀਤ
ਭਲੀ ਭਗਵੰਤ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬਲਿਰਾਮ ਜੀਓ ਫਿਰ ਕਾਲ ਉਹਨਾਂ ਨੂੰ ਰੱਬ ਨਾਲੋਂ ਵਿਛੋੜ ਕੇ ਜੂਨਾਂ 'ਚ ਨਹੀਂ ਪਾ ਸਕਦਾ ਹੈ। ਮਤਲਬ ਕੇਵਲ ਮੁਕਤੀ ਦੇ ਅਧਿਕਾਰੀ ਸੱਚਖੰਡ ਸਰੂਪ ਦੀ ਪ੍ਰਾਪਤੀ ਵਾਲੇ ਹੁੰਦੇ ਨੇ। ਭੁੱਲਾਂ ਚੁੱਕਾ ਖਿਮਾ ਕਰੋ, ਅੱਗੇ ਤੋਂ ਸਮਤ ਬਖਸ਼ੋ ਜੀ। ਤੋ ਭਾਵਨ ਤਾਂ ਜਿਹੀ ਮੋ ਜਿਹੀ ਕਿਤਿਆਂ ਨਾਨਕ ਨਾਹੂ ਨ ਵਿਛੋੜੈ ਤੈਨ ਸੱਚਾ ਰਤੜੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ